क्यूबिटेक स्टूडियो में तुहाडा स्वागत है। ਅਸੀਂ पढ़ रहे हैं क्वांटम मैकेनिक्स के सिद्धांत का चौथा चैप्टर पॉल डिराक की किताब द प्रिंसिपल्स ऑफ क्वांटम मैकेनिक्स विच अज ਅਸੀਂ पढ़ांगे द अगला चैप्टर श्रोडिंगर प्रस्तुति। तो आओ शुरू करते हैं। लेट्स कंसिडर ए डायनामिकल सिस्टम विद n degrees of freedom having a classical analog and thus describable in terms of canonical coordinates and momenta QR and PR. R is equal to 1 to up to n। एक गतिशील सिस्टम लेंदे आ आज़ादी दियां n गिणती दियां डिग्रियां होण ते जिन्हां दा एक क्लासिकल एनालॉग भी होवे ते इस तरह नाल ਇਹ कैनोनिकल कोआर्ਡੀਨੇਟਾਂ ਤੇ ਮੋਮੈਂਟਾ QR ਤੇ PR ਦੇ ਵਿੱਚ ਦੇ ਦੀਆਂ ਟਰਮਸ ਵਿੱਚ ਦਰਸਾਉਣਯੋਗ ਹੋਵੇ। ਇਸ ਤਰ੍ਹਾਂ ਦਾ ਡਿਸਕ੍ਰਾਈਬ ਇੱਕ ਡਾਇਨਾਮਿਕਲ ਸਿਸਟਮ ਲੈਂਦੇ ਆ। We assume that the coordinates QR are all observables and have continuous ranges of eigenvalues, these assumptions being reasonable from the physical significance of the Qs। ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਕੋਆਰਡੀਨੇਟ ਨੇ Q1 2 3 ਐਟਸੈਟਰਾ ਇਹ ਸਾਰੇ ਹੀ ਅਬਜ਼ਰਵੇਬਲ ਨੇ ਤੇ ਇਹਨਾਂ ਦੀ ਇੱਕ ਨਿਰੰਤਰ ਰੇਂਜ ਆ ਆਈਗਨ ਵੈਲਿਊਜ਼ ਦੀ ਆਈਗਨ ਵੈਲਿਊਜ਼ ਦਾ ਜਿਹੜਾ ਇੱਕ ਇਹਨਾਂ ਦਾ ਇੱਕ ਦਾਇਰਾ ਹੈ ਜੋ ਉਹ ਨਿਰੰਤਰ ਹੈ ਤੇ ਇਹਨਾਂ ਜਿਹੜੀਆਂ ਧਾਰਨਾਵਾਂ ਨੇ ਇਹ ਜੋ ਪੋਜੀਸ਼ਨ ਦੀ ਭੌਤਿਕੀ ਮਹੱਤਤਾ ਹੈ ਉਸਦੇ ਲਈ ਜ਼ਿੰਮੇਵਾਰ ਹੈ। Let's set up a representation with the Q's diagonal। आओ ਅਸੀਂ Q ਦੇ diagonal ਤੋਂ ਇੱਕ representation ਦੀ ਸਥਾਪਨਾ ਕਰਦੇ ਹਾਂ, representation ਬਣਾਉਂਦੇ ਹਾਂ। The question arises whether the Q's form a complete commuting set for this dynamical system। ਸਵਾਲ ਇਹ ਉੱਠਦਾ ਕਿ ਜਿਹੜੇ ਪੋਜੀਸ਼ਨ ਵਾਲੇ ਕੋਆਰਡੀਨੇਟ ਨੇ Q ਇਹ ਗਤੀਸ਼ੀਲ ਇਸ ਜਿਹੜਾ ਡਾਇਨਾਮਿਕਲ ਸਿਸਟਮ ਹੈ ਇਸ ਦੇ ਲਈ ਇੱਕ ਸੰਪੂਰਨ ਸੈੱਟ ਜੋ ਕਿ ਕੰਪਿਊਟਿੰਗ ਸੈੱਟ ਹੈ ਉਹ ਰਚਦੇ ਨੇ ਜਾਂ ਨਹੀਂ। It seems pretty obvious from inspection that they do। ਜਾਂਚ ਕਰਨ ਤੋਂ ਇਹ ਪਤਾ ਲੱਗਦਾ ਕਿ ਬੜਾ ਸਪਸ਼ਟ ਤੌਰ ਤੇ ਪਤਾ ਲੱਗਦਾ ਕਿ ਇਹ ਅਜਿਹਾ ਕਰਦੇ ਨੇ ਜਿਹੜੇ ਪੋਜੀਸ਼ਨ ਕੋਆਰਡੀਨੇਟ ਨੇ ਇਹ ਇੱਕ ਪੂਰਾ ਕੰਪਿਊਟਿੰਗ ਸੈੱਟ ਬਣਾਉਂਦੇ ਨੇ ਇਸ ਸਿਸਟਮ ਦੇ ਲਈ। We shall here assume that they do and the assumption will be justified later। ਅਸੀਂ ਇੱਥੇ ਫਿਲਹਾਲ ਇਹ ਮੰਨਾਂਗੇ ਕਿ ਇਹ ਕੰਪਿਊਟਿੰਗ ਸੈੱਟ ਬਣਾਉਂਦੇ ਨੇ ਤੇ ਜਿਹੜੀ ਇਹ ਧਾਰਨਾ ਹੈ ਇਸ ਨੂੰ ਬਾਅਦ ਵਿੱਚ ਤੇ ਸਾਬਿਤ ਕੀਤਾ ਜਾਏਗਾ। ਫਿਲਹਾਲ ਅਸੀਂ ਇਹ ਮੰਨ ਲੈਂਦੇ ਹਾਂ ਕਿ ਉਹ ਇਸ ਤਰ੍ਹਾਂ ਕਰਦੇ ਨੇ। With the Q's forming a complete commuting set, the representation is fixed except for the arbitrary phase factors in it। ਤਾਂ ਜਿਹੜੇ Q ਨਿਰਦੇਸ਼ਾਂਕ ਨੇ Q ਕੋਆਰਡੀਨੇਟ ਨੇ ਇਹ ਜੋ ਇੱਕ ਸੰਪੂਰਨ ਕੰਪਿਊਟਿੰਗ ਸੈੱਟ ਬਣਾਉਂਦੇ ਨੇ ਇਹਨਾਂ ਦੇ ਨਾਲ ਜਿਹੜੀ ਪ੍ਰਸਤੁਤੀ ਹੈ ਇਹ ਫਿਕਸ ਹੋ ਜਾਂਦੀ ਹੈ। ਸਿਰਫ ਇੱਕ ਚੀਜ਼ ਤੋਂ ਇਲਾਵਾ ਜਿੱਥੇ ਮਨ ਚਾਹੇ ਫੇਜ਼ ਫੈਕਟਰ ਨੇ ਇਸ ਵਿੱਚ ਉਹਨਾਂ ਤੋਂ ਇਲਾਵਾ ਇਹ ਰਿਪਰੈਜ਼ੈਂਟੇਸ਼ਨ ਹੱਲ ਹੋ ਜਾਂਦੀ ਹੈ, ਫਿਕਸ ਹੋ ਜਾਂਦੀ ਹੈ। Let's consider first the case of n is equal to 1। आओ पहला n is equal to 1 ਦੇ ਮਾਮਲੇ ਤੇ ਵਿਚਾਰ ਕਰਦੇ ਹਾਂ।
so that there is only one Q and P, ਇਸ ਦੇ ਵਿੱਚ ਸਿਰਫ ਇੱਕ ਹੀ Q ਹੈ ਤੇ ਇੱਕ ਹੀ ਪੈਂਟਾ P ਹੈ, ਜੋ ਕਿ ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰਦੇ ਨੇ। QP minus PQ is equal to iota H bar। ਇਹ ਆਪਾਂ ਪਹਿਲਾਂ ਪੜ੍ਹਿਆ ਕਿ ਇੱਥੇ ਇਹ ਜਿਹੜਾ ਕਮਿਊਟਿੰਗ ਇਹਨਾਂ ਦਾ ਕਮਿਊਟੇਟਰ ਹੈ Q ਤੇ P ਦਾ, QP minus PQ, ਇਹ ਆਇਓਟਾ H ਬਾਰ ਦੇ ਬਰਾਬਰ ਹੁੰਦਾ। ਆਇਓਟਾ ਅੰਡਰ ਰੂਟ ਆਫ -1 ਹੈ, H ਬਾਰ ਫਲੈਕਸ ਦਾ ਰਿਡਿਊਸਡ ਕਾਂਸਟੈਂਟ ਹੈ, ਤਾਂ ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। Any cut may be written in the standard cut notation psi of Q cat। ਤਾਂ ਜਿਹੜਾ ਕੋਈ ਵੀ ਕੈਟ ਹੈ, ਕੈਟ ਵੈਕਟਰ ਹੈ, ਉਸ ਨੂੰ ਜਿਹੜੀ ਇੱਕ ਮਿਆਰੀ ਕੈਟ ਦੀ ਨੋਟੇਸ਼ਨ ਹੈ, ਇਸ ਤਰ੍ਹਾਂ ਨਾਲ ਲਿਖਿਆ ਜਾ ਸਕਦਾ ਸਾਈ ਆਫ Q ਦਾ ਜਿਹੜਾ ਫੰਕਸ਼ਨ ਹੈ ਸਾਈ ਦਾ, ਅੱਗੇ ਉਸਦੇ ਅੱਗੇ ਕੈਟ ਦਾ ਜਿਹੜਾ ਨਿਸ਼ਾਨ ਹੈ ਇਸ ਤਰ੍ਹਾਂ ਦਾ ਐਂਗਲ ਬ੍ਰੈਕਟ ਵਾਲਾ ਲਗਾ ਕੇ, ਇਸ ਤਰ੍ਹਾਂ ਨਾਲ ਉਸਨੂੰ ਸਟੈਂਡਰਡ ਕੈਟ ਨੋਟੇਸ਼ਨ ਦੇ ਤੌਰ ਤੇ ਲਿਖਿਆ ਜਾ ਸਕਦਾ ਹੈ। From it we can form another cat d psi by dq cat whose representative is the derivative of the original one। ਅਸੀਂ ਇਸ ਤੋਂ ਇੱਕ ਹੋਰ ਕੈਟ ਬਣਾ ਸਕਦੇ ਹਾਂ ਇਸ ਦੀ ਡਿਫਰੈਂਸ਼ੀਏਸ਼ਨ ਕਰਕੇ psi by dq ਤੇ ਇਸ ਦੇ ਅੱਗੇ ਕੈਟ ਦਾ ਨਿਸ਼ਾਨ ਲਗਾ ਕੇ ਇਸ ਤੋਂ ਅਸੀਂ ਇਹ ਬਣਾ ਸਕਦੇ ਹਾਂ, ਜਿਸ ਦੀ ਜਿਹੜੀ ਪ੍ਰਸਤੁਤੀ ਹੈ ਉਹ ਇਸ ਦਾ ਜਿਹੜੀ ਓਰੀਜਨਲ ਫੰਕਸ਼ਨ ਹੈ ਜੋ ਉਸਦੀ ਉਸਦਾ ਡੈਰੀਵੇਟਿਵ ਹੈ। This new cat is a linear function of the original one and is thus the result of some linear operator applied to the original one। ਤਾਂ ਜਿਹੜਾ ਨਵਾਂ ਕੈਟ ਹੈ, ਇਹ ਪਹਿਲੇ ਮੂਲ ਕੈਟ ਵੈਕਟਰ ਦਾ ਇੱਕ ਲੀਨੀਅਰ ਫੰਕਸ਼ਨ ਹੁੰਦਾ ਤੇ ਇਸ ਤਰ੍ਹਾਂ ਨਾਲ ਇਹ ਇਸ ਓਰੀਜਨਲ ਕੈਟ ਤੋਂ ਕੈਟ ਦੇ ਉੱਤੇ ਲਾਗੂ ਕੀਤਾ ਵਾ ਇੱਕ, ਅਗਰ ਜਦੋਂ ਕੋਈ ਲੀਨੀਅਰ ਆਪਰੇਟਰ ਉਸ ਦੇ ਉੱਤੇ ਆਪਰੇਟ ਕਰਦਾ ਤੇ ਨਤੀਜੇ ਵਜੋਂ ਇਹ ਬਣਦਾ ਜਿਹੜਾ ਦੂਜਾ ਅਸੀਂ ਬਣਾਇਆ ਨਵਾਂ ਕੈਟ ਡਿਫਰੈਂਸ਼ੀਏਸ਼ਨ ਕਰਕੇ, ਤੇ ਓਰੀਜਨਲ ਕੈਟ ਦੇ ਉੱਤੇ ਕਿਸੇ ਲੀਨੀਅਰ ਆਪਰੇਟਰ ਦੀ ਐਪਲੀਕੇਸ਼ਨ ਦੇ ਨਾਲ ਜੋ ਨਤੀਜਾ ਮਿਲਦਾ ਉਸ ਤਰ੍ਹਾਂ ਨਾਲ ਇਹ ਕੈਟ ਬਣਦਾ, ਜੋ ਕਿ ਲੀਨੀਅਰ ਫੰਕਸ਼ਨ ਹੀ ਹੁੰਦਾ ਓਰੀਜਨਲ ਤੋਂ। Calling this linear operator dy dq, ਤਾਂ ਇਸ ਲੀਨੀਅਰ ਆਪਰੇਟਰ ਨੂੰ ਅਸੀਂ dy dq ਡੈਰੀਵੇਟਿਵ ਆਪਰੇਟਰ ਹੈ ਇਹ ਕਹਿੰਦੇ ਆ। ਤੇ ਵੀ ਹੈਵ, ਸਾਡੇ ਕੋਲ ਇਸ ਤਰ੍ਹਾਂ ਨਾਲ ਅਸੀਂ ਇਸ ਨੂੰ ਲਿਖ ਸਕਦੇ ਹਾਂ dy dq ਜਦੋਂ ਓਰੀਜਨਲ ਜੋ ਫੰਕਸ਼ਨ ਹੈ ਇਸਦਾ ਇਸ ਉੱਤੇ ਕੈਟ ਜੋ ਇਸਦੀ ਰਿਪਰੈਜ਼ੈਂਟੇਸ਼ਨ ਹੈ, ਇਸ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਨਾਲ ਲਿਖਦੇ ਹਾਂ ਤਾਂ ਇਹ dy by dq ਦਾ ਕੈਟ ਓਰੀਜਨਲ ਫੰਕਸ਼ਨ ਦਾ ਡੈਰੀਵੇਟਿਵ ਕੈਟ ਹੈ ਜੋ ਇਸ ਤਰ੍ਹਾਂ ਨਾਲ ਬਣ ਜਾਂਦਾ, ਇਸ ਤਰ੍ਹਾਂ ਨਾਲ ਲਿਖਿਆ ਜਾ ਸਕਦਾ। This equation holding for all functions psi find the linear operator dy dq। ਤਾਂ ਇਹ ਇਕੁਏਸ਼ਨ ਹੈ ਜਿਹੜੀ ਪਰ ਲਿਖੀ ਹੋਈ ਹੈ, ਇਹ psi ਦੇ ਸਾਰੇ ਫੰਕਸ਼ਨਾਂ ਤੇ ਲਾਗੂ ਹੁੰਦੀ ਹੈ ਤੇ ਲੀਨੀਅਰ ਆਪਰੇਟਰ dy dq ਨੂੰ ਡਿਫਾਈਨ ਕਰਦੀ ਹੈ, ਪਰਿਭਾਸ਼ਿਤ ਕਰਦੀ ਹੈ ਲੀਨੀਅਰ ਆਪਰੇਟਰ dy dq ਨੂੰ। ਤੇ ਜਦੋਂ dy dq ਕਿਸੇ ਫੰਕਸ਼ਨ ਦੇ ਉੱਤੇ ਆਪਰੇਟ ਕਰਦਾ ਤਾਂ ਉਸਦੇ ਨਾਲ ਨਵਾਂ ਕੈਟ ਵੈਕਟਰ ਬਣਦਾ d psi by dq। ਤੇ ਇਸ ਦੇ ਬਾਹਰ ਕੈਟ ਦਾ ਨਿਸ਼ਾਨ ਹੈ ਰਾਈਟ ਸਾਈਡ ਤੇ। We have dq cat is equal to 0। ਇੱਥੇ ਤੁਹਾਡਾ ਇੱਕ ਐਗਜ਼ੈਂਪਸ਼ਨ ਹੈ, ਜਿਵੇਂ dy dq ਜੋ ਆਪਰੇਟਰ ਹੈ ਇਸ ਦੇ ਅੱਗੇ ਸਿੱਧਾ ਅਗਰ ਅਸੀਂ ਕੈਟ ਦਾ ਨਿਸ਼ਾਨ ਲਗਾਉਂਦੇ ਹਾਂ ਤਾਂ ਉਹ 0 ਹੁੰਦਾ, ਕਿਉਂਕਿ ਇੱਥੇ 1 ਹੈ ਜਿਹੜਾ ਆਟੋਮੈਟਿਕ ਅਸੀਂ ਕੰਸੀਡਰ ਕਰ ਲੈਂਦੇ ਹਾਂ ਤੇ ਉਹ 1 ਇੱਕ ਕਾਂਸਟੈਂਟ ਹੈ ਤੇ ਕਾਂਸਟੈਂਟ ਦਾ ਜਿਹੜਾ ਡੈਰੀਵੇਟਿਵ ਆਲਰੇਡੀ 0 ਹੈ, ਤਾਂ ਇਹ ਟੋਟਲ ਕੈਟ ਦੀ ਵੈਲਿਊ 0 ਬਣ ਜਾਂਦੀ ਹੈ। Let's treat the linear operator dy dq according to the
General theory of linear operators of chapter 7. Now, the linear operator dy dy ਨੂੰ ਚੈਪਟਰ 7 ਦੇ ਲੀਨੀਅਰ ਆਪਰੇਟਰ ਦੀ ਜਨਰਲ ਥਿਊਰੀ ਦੇ ਮੁਤਾਬਕ ਟ੍ਰੀਟ ਕਰਦੇ ਹਾਂ। We should then be able to apply it to a bra vector. Bra phi of Q, the product phi bra vector of phi multiplied by d by dq being defined according to bra v alpha ਜਿਹੜਾ inner product ਹੈ and a cat ਨਾਲ ਜੋ ਮਲਟੀਪਲਾਈ ਕਰਦੇ ਇਸ ਨੂੰ ਆਪਰੇਟ ਕਰਦੇ ਹਾਂ ਤਾਂ ਇਹ ਪਹਿਲਾਂ ਪੜਿਆ ਇਹ ਤਾਂ it is equal to bra b and alpha a ਦਾ ਜੋ a ਦਾ ਜੋ ਮਲਟੀਪਲ ਹੈ a cat ਦਾ ਇਸ ਦੇ ਬਰਾਬਰ ਹੁੰਦਾ ਜਿਵੇਂ ਇੱਥੇ ਇਹ ਸਾਰਾ ਇਸ ਨੂੰ ਅਗਰ ਪੜ੍ਹਨਾ ਹੋਵੇ ਤਾਂ ਇਸ ਨੂੰ ਇਸ ਤਰ੍ਹਾਂ ਨਾਲ ਪੜ੍ਹ ਸਕਦੇ ਆਪਾਂ ਕਿ ਇੱਥੇ ਜਿਵੇਂ ਬ੍ਰੈਕਟ ਪਹਿਲਾਂ ਪਾਈ ਹੋਈ ਹੈ p ਤੇ ਐਲਫਾ ਦੇ ਵਿੱਚ ਤੇ ਇਹ ਦੋਨੋਂ a ਦੇ ਨਾਲ a ਕੱਟ ਦੇ ਨਾਲ ਇੱਥੇ ਇਹਨਾਂ ਦਾ ਜਿਹੜਾ ਇਨਰ ਪ੍ਰੋਡਕਟ ਹੈ ਉਹ ਲਿਆ ਗਿਆ ਇੱਧਰ b ਦੇ ਨਾਲ ਐਲਫਾ ਤੇ a ਦਾ ਜੋ ਪ੍ਰੋਡਕਟ ਹੈ ਉਸ ਦੇ ਨਾਲ ਇਹ b ਨਾਲ ਇਨਰ ਪ੍ਰੋਡਕਟ ਲਿਆ ਗਿਆ ਤੇ ਇਹ ਬਰਾਬਰ ਹੈ ਇੱਥੇ ਸਿਰਫ ਇਹਨੂੰ ਸਮਝਣ ਦਾ ਫਰਕ ਹੈ ਕਿ ਇੱਥੇ ਜਿਹੜਾ ਐਲਫਾ ਹੈ ਇਹ ਇੱਧਰ ਨੂੰ ਲੈਫਟ ਸਾਈਡ ਨੂੰ b ਦੇ ਉੱਤੇ ਮਲਟੀਪਲਾਈ ਹੋਇਆ ਵਾ ਤੇ ਬਾਅਦ ਵਿੱਚੋਂ ਫਿਰ ਇਸਦਾ a ਨਾਲ ਇਨਰ ਪ੍ਰੋਡਕਟ ਹੈ ਇੱਧਰ ਐਲਫਾ ਇਹ a ਨਾਲ ਮਲਟੀਪਲਾਈਡ ਹੈ ਤੇ ਬਾਅਦ ਵਿੱਚੋਂ b ਨਾਲ ਇਨਰ ਪ੍ਰੋਡਕਟ ਹੈ ਇੱਥੇ ਐਲਫਾ ਹੈ ਜੋ ਇਹ ਇਹਦੇ ਵਿੱਚ ਸੈਂਡਵਿਚ ਕੀਤਾ ਵਾ ਇੱਕ ਤਰ੍ਹਾਂ ਨਾਲ ਬਰਾ ਵੈਕਟਰ ਤੇ a ਕੈਟ ਵੈਕਟਰ ਦੇ ਦਰਮਿਆਨ ਅਸੀਂ ਇਸ ਨੂੰ ਇੱਕ ਜਿਹੜਾ ਇੱਥੇ ਆਪਾਂ ਜਿਵੇਂ ਇੱਧਰ ਇਹ ਕੈਟ ਵੈਕਟਰ ਦੇ ਨਾਲ ਰਿਲੇਸ਼ਨ ਦੇਖਿਆ ਇੱਥੇ ਅਸੀਂ ਬਰਾ ਵੈਕਟਰ ਦੇ ਨਾਲ ਵੀ ਦੇਖ ਸਕਦੇ ਹਾਂ ਕਿ ਇਸ ਨੂੰ ਇਸ ਤੇ ਵੀ ਅਸੀਂ ਲਾਗੂ ਕਰ ਸਕਦੇ ਹਾਂ ਕਿ ਫੰਕਸ਼ਨ ਦਾ ਨਾਮ ਸਾਈ ਦੀ ਜਗ੍ਹਾ ਫਾਈ ਹੈ ਤੇ ਫਾਈ ਬਰਾ ਵੈਕਟਰ ਫਾਈ ਜੋ ਕਿ ਕਿਊ ਦਾ ਫੰਕਸ਼ਨ ਹੈ ਫਿਸ਼ਨ ਫੰਕਸ਼ਨ ਹੈ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਇੱਧਰ ਡੀ ਬਾਈ ਡੀ ਕਿਊ ਹੈ ਜਿਹੜਾ ਇਹ ਆਪਰੇਟਰ ਇੱਧਰ ਬਰਾ ਵੈਕਟਰ ਫਾਈ ਦੇ ਉੱਤੇ ਲੈਫਟ ਸਾਈਡ ਨੂੰ ਆਪਰੇਟ ਕਰਦਾ ਜਿਵੇਂ ਇੱਥੇ ਦੇਖਿਆ ਕਿ ਇਸ ਨੂੰ ਲੈਫਟ ਤੇ ਰਾਈਟ ਦੋਨੋਂ ਪਾਸੇ ਨੂੰ ਆਪਰੇਟ ਕਰਵਾਇਆ ਜਾ ਸਕਦਾ ਹੈ ਇਸ ਨੂੰ ਥੋੜਾ ਹੋਰ ਖੋਲ ਕੇ ਲਿਖਿਆ ਨੀਚੇ ਕਿ ਡੀ ਬਾਈ ਡੀ ਕਿਊ ਜੋ ਆਪਰੇਟਰ ਹੈ ਇਹ ਖੁਦ ਇੱਕ ਆਪਰੇਟਰ ਹੈ ਤੇ ਇਹ ਇੱਧਰ ਫਾਈ ਬਰਾ ਵੈਕਟਰ ਦੇ ਨਾਲ ਮਲਟੀਪਲਾਈ ਕਰਕੇ ਇੱਧਰ ਆਪਰੇਟ ਕਰਕੇ ਇਸ ਨੂੰ ਇੱਧਰ ਸਾਈ ਕੈਟ ਦੇ ਨਾਲ ਇਸਦਾ ਇਨਰ ਪ੍ਰੋਡਕਟ ਲਿਆ ਗਿਆ ਤੇ ਇੱਧਰ ਦੂਜੇ ਪਾਸੇ ਇਸ ਨੂੰ ਡੀ ਬਾਈ ਡੀ ਕਿਊ ਆਪਰੇਟਰ ਹੈ ਇਹ ਸਾਈ ਦੇ ਉੱਤੇ ਆਪਰੇਟ ਕਰਦਾ ਸਾਈ ਕੈਟ ਦੇ ਉੱਤੇ ਤੇ ਇਸਦਾ ਜਿਹੜਾ ਪ੍ਰੋਡਕਟ ਹੈ ਇੱਧਰ ਜਾਂ ਇਹਦਾ ਮਲਟੀਪਲੀਕੇਸ਼ਨ ਹੈ ਇੱਧਰ ਬਰਾ ਵੈਕਟਰ ਫਾਈ ਦੇ ਨਾਲ ਇਹ ਸੇਮ ਇਸ ਤਰ੍ਹਾਂ ਨਾਲ ਹੈ ਬੀ ਦੇ ਏ ਦਾ ਆਪਾਂ ਇਹਦੇ ਵਿੱਚ ਐਲਫਾ ਸੈਂਡਵਿਚ ਕੀਤਾ ਹੋਇਆ ਇੱਥੇ ਜਿਹੜਾ ਡੀ ਬਾਈ ਡੀ ਕਿਊ ਆਪਰੇਟਰ ਦੋਨੋਂ ਪਾਸੇ ਨੂੰ ਆਪਰੇਟ ਕਰ ਸਕਦਾ ਫॉर ਆਲ ਫੰਕਸ਼ਨਸ ਸਾਈ ਆਫ ਕਿਊ ਸਾਈ ਆਫ ਕਿਊ ਦੇ ਆਲ ਫੰਕਸ਼ਨਾਂ ਤੇ ਸਾਰੇ ਫੰਕਸ਼ਨ ਦੇ ਲਈ ਇਹ ਇਕੁਏਸ਼ਨ ਕੰਮ ਕਰਦੀ ਹੈ ਟੇਕਿੰਗ ਰਿਪਰੈਜ਼ੈਂਟੇਟਿਵਸ ਵੀ ਗੈਟ ਅਸੀਂ ਇਹਨਾਂ ਦਾ ਰਿਪਰੈਜ਼ੈਂਟੇਟਿਵ ਲੈਣੇ ਜੋ ਆਪਾਂ ਨੇ ਜਿਵੇਂ ਪਹਿਲਾਂ ਪੜ੍ਹੇ ਆ integral of bra vector phi d by dq operating on
bra vector phi and inner product with q prime cat dq prime and psi of q prime is equal to integral of phi of q prime dq prime d psi of q prime by dq prime। ਅਸੀਂ ਇਸ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਇਹ ਇਸ ਤਰ੍ਹਾਂ ਨਾਲ ਜਿਹੜੀ ਉੱਪਰ ਵਾਲੀ ਇਕੁਏਸ਼ਨ ਹੈ ਇਹ ਇਸ ਦਾ ਰਿਪਰੈਜ਼ੈਂਟੇਟਿਵ ਇੱਥੇ ਲੈਂਦੇ ਇਦਾਂ ਦਾ ਇੰਟੀਗਰਲ ਫਾਰਮ ਵਾਲਾ। we can transform the right hand side by partial integration and get ਅਸੀਂ ਇਸ ਨੂੰ ਜਿਹੜੀ ਰਾਈਟ ਸਾਈਡ ਹੈ ਇਸ ਨੂੰ ਪਾਰਸ਼ਲ ਇੰਟੀਗ੍ਰੇਸ਼ਨ ਦੀ ਵਰਤੋਂ ਕਰਦੇ ਹਾਂ ਤੇ ਸਾਨੂੰ ਇਹ ਮਿਲਦਾ ਇਸ ਦੇ ਵਿੱਚ ਅਸੀਂ ਜਿਹੜਾ डी साई है इसकी जगह डी फाई यूज कर सकते हैं डी फाई ऑफ क्यू प्राइम ते इधर जो डेरिवेटिव के थले इसमें ਅਸੀਂ ਮੂਰੇ ਲਿਖ ਸਕਦੇ ਹਾਂ इसमें इधर ਤੇ ਅੱਗੇ ਇਸ ਦੇ ਮਾਈਨਸ ਸਾਨੂੰ ਲਗਾਉਣਾ ਪੈਂਦਾ डी क्यू प्राइम एज इट इज ਲਿਖਿਆ ਜਾਂਦਾ ਤੇ ਇੱਥੇ ਸਾਈ ਜੋ डी ਸਾਈ ਹੈ ਇਸ ਨੂੰ ਪੂਰਾ ਸਾਈ ਆਫ क्यू प्राइम ਇਹ ਵੀ ਐਜ਼ ਇਟ ਇਜ਼ ਲਿਖਿਆ ਜਾਂਦਾ ਲੇਕਿਨ ਇੱਧਰ ਜਿਹੜਾ ਡੀ ਕਿਊ ਇੱਥੇ ਡੀ ਸਾਈ ਕਿਊ ਪ੍ਰਾਈਮ ਦਾ ਦੇ ਨਾਲ ਇਹਦੀ ਡੈਰੀਵੇਟਿਵ ਹੈ ਡੀ ਕਿਊ ਦੀ ਵਿਦ ਰਿਸਪੈਕਟ ਟੂ ਡੀ ਕਿਊ ਇੱਥੇ ਡੀ ਫਾਈ ਦੀ ਰਿਸਪੈਕਟ ਟੂ ਡੀ ਕਿਊ ਪ੍ਰਾਈਮ ਡੈਰੀਵੇਟਿਵ ਲੈ ਕੇ ਲਿਖ ਸਕਦੇ ਹਾਂ ਤੇ ਅੱਗੇ ਇਸ ਨੂੰ ਮਾਈਨਸ ਲਗਾਉਣਾ ਪੈਂਦਾ ਸਾਨੂੰ ਇਹ ਪਾਰਸ਼ਲ ਇੰਟੀਗ੍ਰੇਸ਼ਨ ਦਾ ਤੇ provided the contributions from the limits of integration vanish ਇਸ ਦੇ ਵਿੱਚ ਇਹ ਦਿੱਤਾ ਹੋਣਾ ਚਾਹੀਦਾ ਕਿ ਜਿਹੜਾ ਇੰਟੀਗ੍ਰੇਸ਼ਨ ਦੀਆਂ ਜਿਹੜੀਆਂ ਲਿਮਟਾਂ ਤੋਂ ਜਿਹੜੇ ਯੋਗਦਾਨ ਨੇ ਇੰਟੀਗ੍ਰੇਸ਼ਨ ਦੀਆਂ ਹੱਦਾਂ ਤੋਂ ਉਹ ਖਤਮ ਹੋ ਜਾਣ। this gives ਇਹ ਸਾਨੂੰ ਇਹ ਦਿੰਦਾ phi cut d by dq inner product with q prime phi bra divided by d by dq inner product with q prime cat is equal to minus dq minus d by minus d phi of q prime by dq prime, showing that bra phi d by dq is equal to minus bra d phi by dq। ਇੱਥੇ ਇਸ ਇਕੁਏਸ਼ਨ ਦੇ ਵਿੱਚ ਦੇਖ ਸਕਦੇ ਹਾਂ ਕਿ ਜਿਹੜਾ ਪਾਈ ਬਰਾ ਵੈਕਟਰ ਆਪਰੇਟ ਹੁੰਦਾ ਡੀ ਕਿਊ ਡੀ ਬਾਈ ਡੀ ਕਿਊ ਡੈਰੀਵੇਟਿਵ ਜਿਹੜਾ ਆਪਰੇਟਰ ਹੈ ਇਸ ਦੇ ਨਾਲ ਇਹ ਵਾਲਾ ਜੋ ਇੱਧਰ ਲੈਫਟ ਸਾਈਡ ਤੋਂ ਜੋ ਆਪਰੇਟ ਹੋ ਰਿਹਾ ਹੈ ਇਹ ਮਾਈਨਸ ਡੀ ਪਾਈ ਬਾਈ ਡੀ ਕਿਊ ਦੇ ਬਰਾਬਰ ਹੈ। ਇੱਥੇ ਉੱਪਰੋਂ ਇਹ ਦੇਖ ਸਕਦੇ ਹਾਂ ਕਿ ਇੱਥੇ ਡੀ ਪਾਈ by dq d phi of q prime by dq prime है ਇਹ ਲੈਫਟ ਸਾਈਡ ਨਾਲ ਕਿਸ ਤਰ੍ਹਾਂ ਨਾਲ ਇਕੁਏਟ ਹੈ ਇਸ ਦੇ ਵਿੱਚ ਕਿਹੜਾ ਟਰਮ ਹੈ ਜਿਹੜੀ ਉਹ ਆਪਸ ਵਿੱਚ ਬਰਾਬਰ ਹੈ। thus d by dq operating on the left on the conjugate complex of a wave function has the meaning of minus differentiation with respect to q। ਤਾਂ ਇਸ ਤਰ੍ਹਾਂ ਨਾਲ dy dq ਆਪਰੇਟਰ ਹੈ ਜਿਹੜਾ ਇਹ ਜਦੋਂ ਲੈਫਟ ਸਾਈਡ ਨੂੰ ਆਪਰੇਟ ਕਰਦਾ ਕਿਸੇ ਵੇਵ ਫੰਕਸ਼ਨ ਦੇ ਕੰਪਲੈਕਸ ਕੰਜੂਗੇਟ ਪੇਅਰ ਤੇ ਇਸ ਦਾ ਜਿਹੜਾ ਮਤਲਬ ਹੈ ਉਹ ਹੈ ਕਿ ਵਿਦ ਰਿਸਪੈਕਟ ਟੂ q ਮਾਈਨਸ ਦੇ ਨਿਸ਼ਾਨ ਦੇ ਨਾਲ ਇਸ ਦੀ ਡਿਫਰੈਂਸ਼ੀਏਸ਼ਨ ਕਰਦਾ ਹੈ ਇਹ ਇੱਥੇ ਅਸੀਂ ਦੇਖ ਸਕਦੇ ਹਾਂ ਕਿ dy dq ਜਦੋਂ ਪਾਈ ਫੰਕਸ਼ਨ ਦੇ ਉੱਤੇ ਲੈਫਟ ਸਾਈਡ ਨੂੰ ਆਪਰੇਟ ਕਰਦਾ ਤਾਂ ਇਹ ਦਾ
ਇਸ ਦੀ ਡਿਫਰੈਂਸ਼ੀਏਸ਼ਨ ਦਾ ਜਿਹੜਾ ਬੜਾ ਵੈਕਟਰ ਹੈ ਉਸਦੇ ਅੱਗੇ ਮਾਈਨਸ ਚਿੰਨ੍ਹ ਤੁਹਾਨੂੰ ਲਗਾਉਣਾ ਪੈਂਦਾ ਹੈ। ਇਸ ਦਾ ਇੱਥੇ ਜਿਹੜਾ ਮੀਨਿੰਗ ਹੈ ਉੱਥੇ ਸਿਰਫ ਇੰਨਾ ਗਿਆ ਕਿ ਇੱਥੇ ਫਾਈ ਇੱਕ ਬੜਾ ਵੈਕਟਰ ਹੈ ਜਿਸ ਦੇ ਉੱਤੇ ਡੀ ਬਾਈ ਡੀ ਕਿਊ ਲੈਫਟ ਸਾਈਡ ਨੂੰ ਆਪਰੇਟ ਕਰਦਾ ਹੈ। ਤਾਂ ਇਸ ਦੀ ਜਿਹੜੀ ਇਕੁਏਸ਼ਨ ਹੈ ਜਿਹੜੀ ਇਹ ਇਜ਼ ਇਕੁਅਲ ਟੂ ਤੇ ਜਿਹੜੇ ਬਰਾਬਰ ਇਸ ਦੀ ਡਿਫਰੈਂਸ਼ੀਏਸ਼ਨ ਦੇ ਬਰਾਬਰ ਕੈਟ ਵੈਕਟਰ ਹੈ ਜੋ ਉਸਦੇ ਮਾਈਨਸ ਦੇ ਬਰਾਬਰ ਹੁੰਦੀ ਹੈ। ਜਦੋਂ ਕੈਟ ਵੈਕਟਰ ਦੇ ਨਾਲ ਅਸੀਂ ਇੱਥੇ ਫਾਈ ਨੂੰ ਟੀ ਫਾਈ ਲਿਖਦੇ ਹਾਂ ਜਿਵੇਂ ਬਰਾ ਵੈਕਟਰ ਦੇ ਲਈ ਤਾਂ ਮਾਈਨਸ ਲਗਾਉਣਾ ਪੈਂਦਾ ਤੇ ਕੈਟ ਵੈਕਟਰ ਦੇ ਲਈ ਉਹ ਪੋਜ਼ਿਟਿਵ ਹੀ ਰਹਿੰਦਾ। ਤਾਂ ਸਿਰਫ ਇੰਨਾ ਕੁ ਮਤਲਬ the validity of this result depends on our being able to make the passage from these equations, which requires that we must restrict ourselves to bras and cats corresponding to wave functions that satisfy suitable boundary conditions. ਤਾਂ ਇਹਨਾਂ ਜਿਹੜੀ ਨਤੀਜਿਆਂ ਦੀ ਪ੍ਰਮਾਣਿਕਤਾ ਹੈ ਵੈਲਿਡਿਟੀ ਹੈ ਉਹ ਸਾਡੀ ਇਸ ਯੋਗਤਾ ਦੇ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਇਹਨਾਂ ਇਕੁਏਸ਼ਨਾਂ ਤੋਂ ਜੋ make the passage from equations which requires that ਜੋ ਇਕੁਏਸ਼ਨਾਂ ਇਹ ਮੰਗ ਕਰਦੀਆਂ ਨੇ ਕਿ we must restrict ourselves to bras and cats corresponding to wave function ਕਿ ਅਸੀਂ ਆਪਣੇ ਆਪ ਨੂੰ ਵੇਵ ਫੰਕਸ਼ਨਾਂ ਦੇ ਬਰਾ ਤੇ ਕੈਟ ਵੈਕਟਰਾਂ ਦੇ ਨਾਲ ਵੇਵ ਫੰਕਸ਼ਨਾਂ ਦੇ ਨਾਲ ਸੰਬੰਧਿਤ ਜਿਹੜੇ ਬਰਾ ਤੇ ਕੈਟ ਵੈਕਟਰ ਨੇ ਉਹਨਾਂ ਤੱਕ ਅਸੀਂ ਆਪਣੇ ਆਪ ਨੂੰ ਸੀਮਤ ਰੱਖੀਏ ਜੋ ਸੈਟੀਸਫਾਈ ਸੂਟੇਬਲ ਬਾਉਂਡਰੀ ਕੰਡੀਸ਼ਨਸ ਜਿਹੜੇ ਫੰਕਸ਼ਨ ਢੁਕਵੀਆਂ ਜਿਹੜੀਆਂ ਬਾਉਂਡਰੀ ਦੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਬਾਉਂਡਰੀ ਦੀਆਂ ਸ਼ਰਤਾਂ ਨੇ ਉਹਨਾਂ ਨੂੰ ਸੈਟੀਸਫਾਈ ਕਰਦੇ ਹਨ ਤੇ ਵੇਵ ਫੰਕਸ਼ਨ ਉਹਨਾਂ ਬਰਾ ਤੇ ਕੈਟ ਵੈਕਟਰਾਂ ਤੱਕ ਅਸੀਂ ਆਪਣੇ ਆਪ ਨੂੰ ਸੀਮਤ ਰੱਖੀਏ। The conditions usually holding in practice are that they vanish at the boundaries. Somewhat more general conditions will be given in the next section. ਤਾਂ ਜਿਹੜੀਆਂ ਸ਼ਰਤਾਂ ਨੇ ਉਹ ਆਮ ਤੌਰ ਤੇ ਇਹ ਹੁੰਦੀਆਂ ਨੇ ਕਿ ਇਹ ਬਾਉਂਡਰੀਜ਼ ਦੇ ਉੱਤੇ ਜਿਹੜੇ ਫੰਕਸ਼ਨ ਇਹ ਖਤਮ ਹੋ ਜਾਂਦੇ ਬਾਉਂਡਰੀਆਂ ਦੇ ਉੱਤੇ ਇਹ ਮੁੱਕ ਜਾਂਦੇ ਨੇ। ਕੁਝ ਹੋਰ ਜਿਹੜੀਆਂ ਆਮ ਸ਼ਰਤਾਂ ਨੇ ਉਹਨਾਂ ਨੂੰ ਅਗਲੇ ਸੈਕਸ਼ਨ ਦੇ ਵਿੱਚ ਦਿੱਤਾ ਜਾਏਗਾ। These conditions do not limit the physical applicability of the theory, but on the contrary are required also on physical grounds. ਤਾਂ ਇਹ ਜਿਹੜੀਆਂ ਸ਼ਰਤਾਂ ਨੇ ਇਹ ਇਸ ਥਿਊਰੀ ਦੀ ਜਿਹੜੀ ਭੌਤਿਕੀ ਤੌਰ ਤੇ ਇਹਨਾਂ ਦਾ ਲਾਗੂ ਪਾਣਾ ਇਹਨਾਂ ਦੀ ਐਪਲੀਕੇਸ਼ਨ ਹੈ ਤੇ ਇਹਨਾਂ ਨੂੰ ਸੀਮਤ ਨਹੀਂ ਕਰਦੀਆਂ ਇਹ ਜਿਹੜੀਆਂ ਸ਼ਰਤਾਂ ਨੇ ਪਰ ਇਸ ਤੋਂ ਉਲਟ ਆਮ ਤੌਰ ਤੇ ਹੋਰ ਭੌਤਿਕੀ ਜਿਹੜੀਆਂ ਭੌਤਿਕੀ ਪੱਧਰ ਨੇ are usually required also on ਹੋਰ ਵੀ ਭੌਤਿਕੀ ਪੱਧਰਾਂ ਦੇ ਉੱਤੇ ਇਹਨਾਂ ਦੀ ਜ਼ਰੂਰਤ ਪੈਂਦੀ ਹੈ। For example, if Q is a Cartesian coordinate of a particle, its eigenvalues run from -infinity to infinity, and the physical requirement that the particle has zero probability of being at infinity leads to the condition that the wave function vanishes for Q is equal to plus infinity. ਉਦਾਹਰਨ ਦੇ ਤੌਰ ਤੇ ਅਗਰ ਕੋਈ Q ਕਣ ਦਾ ਕਾਰਟੀਜ਼ੀਅਨ ਕੋਆਰਡੀਨੇਟ ਹੋਵੇ ਜਿਹਦੀਆਂ ਜਿਹੜੀਆਂ ਆਈਗਨ ਵੈਲਿਊਜ਼ ਨੇ ਉਹ -ਇਨਫਿਨਿਟੀ ਤੋਂ +ਇਨਫਿਨਿਟੀ ਤੱਕ ਜਾਂਦੀਆਂ ਹੋਣ ਤੇ ਜਿਹੜੀ ਇੱਕ ਕਣ ਦੀ ਇਨਫਿਨਿਟੀ ਦੇ ਉੱਤੇ ਪਾਰਟੀਕਲ ਹੈਜ਼ ਜ਼ੀਰੋ ਪ੍ਰੋਬੇਬਿਲਿਟੀ ਆਫ ਬੀਇੰਗ ਐਟ ਇਨਫਿਨਿਟੀ ਤੇ ਉੱਤੇ ਹੋਣ ਦੀ ਜਿਹੜੀ ਪਾਰਟੀਕਲ ਦੀ ਬਿਲਕੁਲ ਬਾਉਂਡਰੀ ਵਾਲੀ ਜਿਹੜੀ ਕੰਡੀਸ਼ਨ ਹੈ ਉਹਦੇ ਉੱਤੇ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਉਸਦੀ ਜਿਹੜੀ
ਭੌਤਿਕੀ ਜ਼ਰੂਰਤ ਹੈ ਪਾਰਟੀਕਲ ਦੀ ਕਿ ਉਹ ਸੱਚਮੁੱਚ ਉੱਤੇ ਕਿਤੇ ਬਾਉਂਡਰੀ ਤੱਕ ਉਸਦੀ ਇਨਫਿਨਿਟੀ ਦੇ ਉੱਤੇ ਇਨਫਿਨਿਟੀ ਵਾਲੀ ਕੰਡੀਸ਼ਨ ਹੈ ਜਿਹੜੀ ਹੱਦ ਹੈ ਜਿਹੜੀ ਉਸਦੇ ਉੱਤੇ ਉਸਦੀ ਹੋਣ ਦੀ ਪ੍ਰੋਬੇਬਿਲਿਟੀ ਜ਼ੀਰੋ ਹੋਵੇ। it leads to the condition that ਇਹ ਇਸ ਸ਼ਰਤ ਵੱਲ ਲੈ ਜਾਂਦੀ ਹੈ ਕਿ wave function vanishes for q is equal to plus minus infinity। ਕਿ ਜਿਹੜਾ wave function ਹੈ ਇਹ ਬਿਲਕੁਲ ਬਹੁਤ ਇੰਨੀ ਦੂਰ ਜਾ ਕੇ ਪਲੱਸ ਮਾਈਨਸ ਇਨਫਿਨਿਟੀ ਦੀ ਜਿਹੜੀ ਹੱਦ ਹੈ ਉੱਥੇ ਜਾ ਕੇ wave function ਖਤਮ ਹੋ ਜਾਂਦਾ ਤੇ ਉੱਥੇ ਪਾਰਟੀਕਲ ਹੋ ਹੀ ਨਹੀਂ ਸਕਦਾ। The conjugate complex of the linear operator d by dq can be evaluated by noticing that the conjugate imaginary of d by dq psi cut or d psi by dq cut is d psi by dq vector or minus psi separated by dq d by dq vector the minus the linear operator d by dq ਦਾ ਜਿਹੜਾ conjugate complex ਹੈ ਇਸ ਨੂੰ ਕੰਜੂਗੇਟ ਇਮੇਜਨਰੀ ਜਿਹੜਾ ਹੈਗਾ ਉਸ ਨੂੰ ਨੋਟਿਸ ਕਰਦੇ ਹੋਏ ਕੱਢਿਆ ਜਾ ਸਕਦਾ ਲਿਖਿਆ ਜਾ ਸਕਦਾ ਡੀ ਬਾਈ ਡੀ ਕਿਊ ਸਾਈ ਕੱਟ ਦਾ ਜੋ ਕੰਜੂਗੇਟ ਇਮੇਜਨਰੀ ਹੈ ਜਾਂ ਫਿਰ ਡੀ ਸਾਈ ਬਾਈ ਡੀ ਕਿਊ ਕੱਟ ਦਾ ਜਿਹੜਾ ਕੰਜੂਗੇਟ ਇਮੇਜਨਰੀ ਹੈ ਉਸ ਨੂੰ ਨੋਟਿਸ ਕਰਕੇ ਅਸੀਂ ਕੱਢ ਸਕਦੇ ਹਾਂ। ਜਿਵੇਂ ਇੱਥੇ ਡੀ ਬਾਈ ਡੀ ਕਿਊ ਜਦੋਂ ਸਾਈ ਕੱਟ ਦੇ ਉੱਤੇ ਆਪਰੇਟ ਕਰਦਾ ਤਾਂ ਸਾਨੂੰ ਇਹ ਮਿਲਦਾ ਇੱਥੇ ਕਿ ਸਾਈ ਕੱਟ ਡੀ ਸਾਈ ਬਾਈ ਡੀ ਕਿਊ ਦਾ ਜਿਹੜਾ ਕੱਟ ਵੈਕਟਰ ਉਹ ਬਣ ਜਾਂਦਾ ਤੇ ਜਦੋਂ ਡੀ ਸਾਈ ਬਾਈ ਡੀ ਕਿਊ ਕੱਟ ਆ ਜਾਏ ਇਸ ਨੂੰ ਅਗਰ ਅਸੀਂ ਬਰਾ ਵੈਕਟਰ ਦੇ ਤੌਰ ਤੇ ਉੱਤੇ ਲਿਖਣਾ ਤਾਂ ਇਹ ਇਸ ਤਰ੍ਹਾਂ ਨਾਲ ਅਸੀਂ ਇਸ ਦੇ ਵਿੱਚ ਡੈਰੀਵੇਟਿਵ ਨੂੰ ਆਪਰੇਟ ਕਰਦਾ ਦਿਖਾ ਕੇ ਸਾਈ ਦੇ ਬਰਾ ਵੈਕਟਰ ਦੇ ਉੱਤੇ ਲਿਖ ਸਕਦੇ ਹਾਂ। Thus, the conjugate complex of d by dq is minus d by dq। ਤਾਂ ਜਿਹੜਾ ਡੈਰੀਵੇਟਿਵ ਆਪਰੇਟਰ ਹੈ d by dq ਇਸ ਦਾ ਜਿਹੜਾ ਕੰਜੂਗੇਟ ਕੰਪਲੈਕਸ ਹੈ ਉਹ ਮਾਈਨਸ d by dq ਹੈ। ਇਓਟਾ ਦੀ ਤਰ੍ਹਾਂ ਜਿਵੇਂ ਇਓਟਾ ਦਾ ਮਾਈਨਸ ਇਓਟਾ ਹੁੰਦਾ ਇੱਥੇ d by dq ਦਾ ਮਾਈਨਸ d by dq ਹੈ। So d by dq is a pure imaginary linear operator। ਤਾਂ d by dq ਇੱਕ ਇਮੇਜਨਰੀ ਲੀਨੀਅਰ ਆਪਰੇਟਰ ਹੈ ਜਿਵੇਂ ਇਓਟਾ ਹੁੰਦਾ ਤਰ੍ਹਾਂ ਨਾਲ ਤੇ ਪਿਓਰ ਇਮੇਜਨਰੀ ਕਿਹਾ ਜਾ ਸਕਦਾ। ਇਸ ਦਾ ਜਿਹੜਾ ਕੰਜੂਗੇਟ ਕੰਪਲੈਕਸ ਹੈ ਉਸਦੇ ਚਿੰਨ੍ਹ ਦੇ ਨਾਲ ਇਸਦਾ ਜਿਹੜਾ ਸਾਈਨ ਹੈ ਉਹ ਉਲਟ ਜਾਂਦਾ। To get the representative of d by dq, we note that from the application of formula from 4.20 chapter, ਤਾਂ ਡੀ ਬਾਈ ਡੀ ਕਿਊ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਇਸ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ 20ਵਾਂ ਚੈਪਟਰ ਸੀਗਾ ਜਿਹੜਾ ਉਸਦੇ ਵਿੱਚੋਂ ਇੱਕ ਫਾਰਮੂਲੇ ਦੀ ਐਪਲੀਕੇਸ਼ਨ ਤੋਂ ਇਹ ਨੋਟ ਕਰਾਂਗੇ। ਕਿਊ ਡਬਲ ਪ੍ਰਾਈਮ ਕੱਟ ਹੈ ਜੋ ਇਟ ਇਜ਼ ਇਕੁਅਲ ਟੂ ਡੈਲਟਾ multiplied by delta of q minus q prime delta function ਹੈ set। ਇਹ ਅਸੀਂ 20ਵੇਂ ਚੈਪਟਰ ਚ ਪੜਿਆ ਸੀਗਾ। so that d by dq ਜਦੋਂ ਇਸ ਦੇ ਉੱਤੇ ਆਪਰੇਟ ਕਰਦਾ q ਡਬਲ ਪ੍ਰਾਈਮ ਕੱਟ ਦੇ ਉੱਤੇ ਡਬਲ ਪ੍ਰਾਈਮ ਇਸ ਦਾ ਨਾਮ ਜਿਵੇਂ ਸਾਨੂੰ ਇੱਥੇ ਇਹ ਮਿਲਦਾ d by dq ਡੈਲਟਾ ਫੰਕਸ਼ਨ ਮਿਲਦਾ ਸਾਨੂੰ ਤੇ ਇਸ ਦੇ ਉੱਤੇ d by dq ਜਿਵੇਂ ਇੱਧਰ ਆਪਰੇਟ ਕਰਦਾ ਇੱਥੇ ਸਿੰਪਲੀ ਅਸੀਂ ਇੱਥੇ ਇਸ ਨੂੰ ਆਪਰੇਟ ਕਰਦੇ ਹਾਂ ਉੱਪਰ ਜੋ ਵੀ ਤੇ ਬਰਾਬਰ ਲਿਖਿਆ ਹੋਇਆ ਐਂਡ ਹੈਂਸ ਇਸ ਨੂੰ ਅਗਰ ਅਸੀਂ
ਲੈਫਟ ਸਾਈਡ ਕਿਊ ਪ੍ਰਾਈਮ ਦੇ ਨਾਲ ਮਲਟੀਪਲਾਈ ਕਰਦੇ ਹਾਂ ਤੇ ਸਾਰੇ ਇਕੁਏਸ਼ਨ ਨੂੰ ਇਧਰਲੇ ਸਾਈਡ ਇੱਥੇ ਕਿਊ ਦੀ ਜਗ੍ਹਾ ਕਿਊ ਪ੍ਰਾਈਮ ਲਿਖਿਆ ਜਾਂਦਾ ਹੈ। The representative of d by dq involves the derivative of the delta function। ਤਾਂ ਜਿਹੜਾ ਡੈਰੀਵੇਟਿਵ ਆਪਰੇਟਰ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਇਹ ਡੈਲਟਾ ਫੰਕਸ਼ਨ ਦੇ ਡੈਰੀਵੇਟਿਵ ਸ਼ਾਮਿਲ ਕਰਦਾ। Let's work out the commutation relation connecting d by dq with q। ਤਾਂ ਉਹ ਜਿਹੜੇ ਦੋਨੋਂ ਆਪਰੇਟਰ ਨੇ q ਆਪਰੇਟਰ ਆਪਣਾ ਕੋਆਰਡੀਨੇਟ ਦਾ q ਤੇ d by dq ਡੈਰੀਵੇਟਿਵ ਜੋ ਡੈਰੀਵੇਟਿਵ ਆਪਰੇਟਰ ਹੈ ਇਹਨਾਂ ਦੇ ਦਰਮਿਆਨ ਜੋ ਵੀ ਕਮਿਊਟੇਸ਼ਨ ਸੰਬੰਧ ਨੇ ਜੋ ਉਹਨਾਂ ਨੂੰ ਆਓ ਇਹਨਾਂ ਦੇ ਉੱਤੇ ਕੈਲਕੂਲੇਸ਼ਨ ਕਰਕੇ ਦੇਖਦੇ ਹਾਂ। So that d by dq operating on q double prime cut is equal to d by dq delta of delta q minus q prime q double prime cut, and hence is the left side q prime ਨਾਲ ਅਸੀਂ ਮਲਟੀਪਲਾਈ ਕਰਦੇ ਹਾਂ ਤਾਂ ਇੱਧਰ ਇਸਦਾ q ਦੀ ਜਗ੍ਹਾ q ਪ੍ਰਾਈਮ ਲਿਖਿਆ ਜਾਂਦਾ। we have ਸਾਡੇ ਕੋਲੇ ਮਿਲਦਾ ਸਾਨੂੰ d by dq ਇੱਥੇ d psi cut is equal to dq psi by dq cut is equal to q d by dq psi cut plus psi cut। ਇੱਥੇ ਅਸੀਂ ਇੱਥੇ ਡੈਰੀਵੇਟਿਵ ਆਪਰੇਟਰ ਨੂੰ q psi cut ਦੇ ਉੱਤੇ ਆਪਰੇਟ ਕਰਦੇ ਹਾਂ। ਤਾਂ ਇੱਥੇ ਜਿਵੇਂ ਆਪਾਂ ਪਹਿਲਾਂ ਦੇਖਿਆ d by dq ਆਪਰੇਟਰ ਹੈ ਜੋ psi cut ਦੇ ਉੱਤੇ ਜਦੋਂ ਆਪਰੇਟ ਕਰਦਾ q psi cut ਦੇ ਉੱਤੇ ਤਾਂ ਇਸ ਨੂੰ ਅਸੀਂ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ d q ਤੇ ਜੋ psi ਹੈ ਇਸਦਾ ਜੋ ਗੁਣਾ ਨਹੀਂ ਜੋ ਮਲਟੀਪਲ ਹੈ ਇਸ ਨੂੰ ਇੱਥੇ ਇਕੱਠਾ ਲਿਖ ਸਕਦੇ ਹਾਂ d q psi by dq ਤੇ cut ਨੂੰ ਇੱਧਰ ਅਲੱਗ ਲਿਖ ਸਕਦੇ ਹਾਂ। ਇੱਥੇ ਦੋ ਫੰਕਸ਼ਨ ਹੋ ਗਏ ਨੇ ਤਾਂ ਦੋਨਾਂ ਫੰਕਸ਼ਨਾਂ ਦੀ q ਤੇ psi ਦੀ ਜਿਹੜੀ ਮਲਟੀਪਲੀਕੇਸ਼ਨ ਹੈ ਇੱਕ ਵਾਰੀ ਅਸੀਂ q ਨੂੰ ਬਾਹਰ ਕੱਢ ਕੇ ਲਿਖਾਂਗੇ ਤੇ ਇੱਧਰ d psi by dq ਲਿਖਾਂਗੇ। ਇੱਥੇ d by dq psi ਦੇ ਉੱਤੇ ਅਲੱਗ ਲਿਖਿਆ। ਦੂਜੀ ਵਾਰ ਅਸੀਂ psi ਨੂੰ ਪਹਿਲਾਂ ਬਾਹਰ ਕੱਢ ਕੇ ਲਿਖਾਂਗੇ ਵਾਰੀ ਇੱਧਰ dq by dq ਇਹ 1 ਹੋ ਜਾਂਦਾ ਇੱਥੇ ਲਿਖਣ ਦੀ ਜ਼ਰੂਰਤ ਨਹੀਂ ਹੈ ਤਾਂ ਇਹ ਇੰਨਾ ਬਣ ਜਾਂਦਾ ਇੱਥੇ dq psi by dq ਪ੍ਰੋਡਕਟ ਰੂਲ ਇੱਥੇ ਯੂਜ਼ ਕੀਤਾ ਗਿਆ ਤੇ since this holds for any cut psi ਕਿਉਂਕਿ ਇਹ ਕਿਸੇ ਵੀ psi cut ਦੇ ਉੱਤੇ ਲਾਗੂ ਹੁੰਦਾ ਤਾਂ ਸਾਨੂੰ ਇੱਥੇ ਇਹ ਮਿਲ ਜਾਂਦਾ d by dq q minus q d by dq equal to 1। ਇੱਥੇ ਇਹ ਦੇਖੋ ਕਿਵੇਂ ਆਇਆ ਇੱਥੇ ਅਸੀਂ psi cut ਹੈ ਤਿੰਨਾਂ ਵਿੱਚੋਂ ਅਸੀਂ ਅਗਰ ਇੱਧਰ ਪਹਿਲਾਂ ਤਾਂ dq ਤੇ d by dq ਦੇ ਨਾਲ ਜੋ q ਹੈ ਇਸ ਨੂੰ ਐਜ਼ ਇਟ ਇਜ਼ ਰੱਖਦੇ ਹਾਂ। ਇੱਧਰ ਦੂਜੀ ਸਾਈਡ ਜੋ q d by dq ਹੈ ਇਸ ਨੂੰ ਇੱਧਰ ਲੈਫਟ ਸਾਈਡ ਲਿਆਉਂਦੇ ਹਾਂ ਤਾਂ psi cut ਨੂੰ ਸਾਰਿਆਂ ਵਿੱਚੋਂ ਕੈਂਸਲ ਕਰਦੇ ਹਾਂ ਤਾਂ ਇੱਥੇ ਸਾਨੂੰ ਇਹ ਇਕੁਏਸ਼ਨ ਮਿਲਦੀ ਹੈ d by dq q minus q d by dq is equal to 1। ਇਸ ਟਰਮ ਨੂੰ ਅਸੀਂ ਲੈਫਟ ਸਾਈਡ ਲਿਆਉਂਦੇ ਹਾਂ ਤਾਂ ਇੱਥੇ ਮਾਈਨਸ ਆ ਜਾਂਦਾ ਤੇ ਇੱਥੇ is equal to 1 ਆ ਜਾਂਦਾ ਅਗਰ q ਹੈ ਜਿਹੜਾ psi cut ਹੈ ਇਸ ਨੂੰ ਤਿੰਨਾਂ ਵਿੱਚੋਂ ਕੈਂਸਲ ਕਰ ਦਿੰਦੇ ਹਾਂ।
Comparing this result with QP minus PQ is equal to iota H bar। ਅਸੀਂ ਇਸ ਰਿਜ਼ਲਟ ਨੂੰ QP minus PQ ਜਿਹੜਾ ਕਮਿਊਟੇਟਰ ਰਿਲੇਸ਼ਨ ਸੀਗਾ ਇਸ ਦੇ ਨਾਲ ਅਸੀਂ ਕੰਪੇਅਰ ਕਰਕੇ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਮਾਈਨਸ H bar minus iota H bar d by dq satisfies the same commutation relation with Q and that P does। ਅਸੀਂ ਦੇਖਦੇ ਹਾਂ ਕਿ ਜਿਹੜਾ ਕਿਊ ਹੈ ਇਹਦੇ ਨਾਲ ਜੋ ਸੰਬੰਧ ਰੱਖਦਾ ਕਮਿਊਟੇਸ਼ਨ ਸੰਬੰਧ ਰੱਖਦਾ ਇਹ ਸੇਮ ਮਾਈਨਸ ਆਇਓਟਾ ਐਚ ਬਾਰ ਡੀ ਬਾਈ ਡੀ ਕਿਊ ਵੀ ਇਹੀ ਕਮਿਊਟੇਸ਼ਨ ਰਿਲੇਸ਼ਨ ਰੱਖਦਾ। ਇੱਥੇ ਅਗਰ ਦੇਖਿਆ ਜਾਵੇ ਤਾਂ ਪੀ ਤੇ ਕਿਊ ਦੇ ਵਿੱਚ ਜਿਹੜਾ ਰਿਲੇਸ਼ਨ ਹੈ ਕਮਿਊਟੇਸ਼ਨ ਰਿਲੇਸ਼ਨ ਉਹ ਆਇਓਟਾ ਐਚ ਬਾਰ ਦੇ ਨਾਲ ਡੈਰੀਵੇਟਿਵ ਆਪਰੇਟਰ ਵੀ ਅਗਰ ਅਸੀਂ ਇਹਦੇ ਵਿੱਚ ਪੀ ਦੀ ਜਗ੍ਹਾ ਡੈਰੀਵੇਟਿਵ ਲੈ ਲੈਂਦੇ ਹਾਂ ਤਾਂ ਇਹ ਸੇਮ ਇਕੁਏਸ਼ਨ ਡੈਰੀਵੇਟਿਵ ਆਪਰੇਟਰ ਦੇ ਲਈ ਵੀ ਕੰਮ ਕਰੇਗੀ। यानी कि ਇੱਥੇ ਅਗਰ ਅਸੀਂ p ਦੀ ਜਗ੍ਹਾ d by dq ਆਪਰੇਟਰ ਲੈਂਦੇ ਆ ਤੇ q ਦੇ ਨਾਲ ਦਾ ਕਮਿਊਟੇਟਰ ਲੈਂਦੇ ਆ ਤਾਂ ਵਾਰੀ ਇਸ ਨੂੰ ਆਰਡਰ ਦੇ ਵਿੱਚ ਮਲਟੀਪਲਾਈ ਕਰਨਾ ਦੂਜੀ ਵਾਰੀ q ਤੇ ਬਾਅਦ d by dq ਲਿਖਣਾ ਤਾਂ ਇਹ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਇਜ਼ ਇਕੁਅਲ ਟੂ 1 ਆਏਗਾ। And the foregoing but to the case of arbitrary and we write the general cat as psi q1 q2 qn cat is equal to psi cat and introduce the n linear operators delta by delta q r is equal to 1 to n which can operate on it in accordance with the formula। ਤਾਂ ਇਸ ਚੱਲ ਰਹੇ ਕੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ ਮਨ ਚਾਹੇ n ਦਾ ਮਾਮਲਾ ਹੈ ਮਤਲਬ ਮਨ ਚਾਹੇ ਗਿਣਤੀ ਤੱਕ ਅਗਰ ਅਸੀਂ ਇਸ ਨੂੰ ਵਧਾਉਣਾ ਹੋਵੇ ਤਾਂ ਪਹਿਲਾਂ ਅਸੀਂ ਸਿਰਫ ਇੱਕ ਤੇ ਕਿਊ ਦੀ ਗੱਲ ਕੀਤੀ ਇੱਥੇ ਜ਼ਿਆਦਾ ਨੇ ਤੇ ਕੋਆਰਡੀਨੇਟ ਨੇ ਕਿਊ ਦੇ Q1 ਤੋਂ ਲੈ ਕੇ Qn ਤੱਕ ਤੇ ਜ਼ਿਆਦਾ ਕਿਸੇ ਵੀ ਗਿਣਤੀ ਤੱਕ ਦੇ ਕੋਆਰਡੀਨੇਟਾਂ ਤੱਕ ਅੱਗੇ ਵਧਾਉਣਾ ਹੋਵੇ ਜਨਰਲ ਜਨਰਲ ਕੈਟ ਹੈ ਜੋ ਸਾਈ ਇਸ ਦੇ ਇਹਨੇ ਪੋਜੀਸ਼ਨ ਆਪਰੇਟਰ ਨੇ Q1 Q2 ਤੋਂ Qn ਤੱਕ ਤੇ ਸਾਈ ਕੈਟ ਹੈ ਤੇ ਅਸੀਂ n ਲੀਨੀਅਰ ਆਪਰੇਟਰ ਜਿਹੜੇ ਹੈਗੇ ਨੇ ਇਸਦੇ ਡੈਰੀਵੇਟਿਵ ਆਪਰੇਟਰ delta by delta QR ਜਿੱਥੇ R is equal to n ਨਾਲ correspond ਜੋ ਅੱਗੇ ਡੈਰੀਵੇਟਿਵ ਆਪਰੇਟਰ ਬਣਦੇ ਨੇ ਇਹਨਾਂ ਨੂੰ ਪੇਸ਼ ਕਰਦੇ ਹਾਂ ਅਸੀਂ ਤੇ ਵਿੱਚ ਕੈਨ ਆਪਰੇਟ ਔਨ ਇਟ ਜੋ ਇਸ ਤੇ ਆਪਰੇਟ ਕਰ ਸਕਦੇ ਹਾਂ ਇਹਨਾਂ ਦਾ ਡੈਰੀਵੇਟਿਵ ਬਣਾਉਂਦੇ ਆ ਤੇ ਅਕੋਰਡਿੰਗ ਵਿਦ ਦਾ ਫਾਰਮੂਲਾ ਉਹ ਇਸ ਫਾਰਮੂਲੇ ਦੇ ਤੌਰ ਤੇ ਦੇ ਮੁਤਾਬਕ ਇਹਨਾਂ ਦੇ ਉੱਤੇ ਆਪਰੇਟ ਕਰਨਗੇ ਕਰ ਸਕਦੇ ਆ ਡੈਲਟਾ ਬਾय ਡੈਲਟਾ ਕਿਊ ਆਰ ਆਪਰੇਟਿੰਗ ਔਨ ਸਾਈ ਕਟ ਇਜ਼ ਇਕੁਅਲ ਟੂ ਡੈਲਟਾ ਸਾਈ ਬਾय ਡੈਲਟਾ ਕਿਊ ਆਰ ਕਟ ਇਹ ਜਿਹੜੇ ਵੀ ਪੋਜੀਸ਼ਨ ਆਪਰੇਟਰ ਦੇ ਉੱਤੇ ਜਿਹੜੇ ਵੀ ਪੋਜੀਸ਼ਨ ਆਪਰੇਟਰ ਦੇ ਨਾਲ ਕਿਸੇ ਫੰਕਸ਼ਨ ਦੇ ਉੱਤੇ ਆਪਰੇਟ ਕਰਦੇ ਹਾਂ ਤਾਂ ਉਸਦਾ ਡੈਰੀਵੇਟਿਵ ਵੀ ਉਸੇ ਦੇ ਸੰਦਰਭ ਦੇ ਵਿੱਚ ਕੈਟ ਦਾ ਕੈਟ ਵੈਕਟਰ ਦੇ ਤੌਰ ਤੇ ਬਣਦਾ corresponding to d by dq psi cat is equal to psi by dq cat। ਸਿੰਪਲ ਰਿਲੇਸ਼ਨ ਹੈ ਕਿ ਡੈਰੀਵੇਟਿਵ ਆਪਰੇਟਰ psi cat ਦੇ ਉੱਤੇ ਆਪਰੇਟ ਕਰਦਾ ਤੇ ਇੱਕ ਨਵਾਂ ਕੈਟ ਵੈਕਟਰ ਬਣਦਾ ਜੋ ਕਿ ਉਸੇ ਦਾ ਡੈਰੀਵੇਟਿਵ। We have d by delta qr cat is equal to 0 corresponding to delta by delta d by dq cat is equal to 0। ਤੇ ਪਹਿਲਾਂ ਜਿਵੇਂ ਦੇਖਿਆ ਸੀ ਕਿ ਇੱਥੇ ਜਿਸ ਦੇ ਵਿੱਚ ਕੋਈ ਫੰਕਸ਼ਨ 1 ਹੈ ਉਹ ਕਾਂਸਟੈਂਟ ਹੈ ਉਸਦਾ ਆਪਰੇਟਰ ਜਿਹੜਾ ਡੈਰੀਵੇਟਿਵ ਉਹ 0 ਹੈ ਤਾਂ ਇਸੇ ਤਰ੍ਹਾਂ ਨਾਲ ਇਸਦਾ ਵੀ ਜਿਹੜਾ ਡੈਰੀਵੇਟਿਵ ਹੈ 0 ਹੈ ਜਦੋਂ ਇਹ ਕਿਸੇ ਉਹਦੇ ਤੇ ਆਪਰੇਟ ਨਹੀਂ ਕਰਦਾ ਤਾਂ ਇਸਦਾ ਡੈਰੀਵੇਟਿਵ ਕੈਟ ਜਦੋਂ 1 ਦੇ ਉੱਤੇ ਕਾਂਸਟੈਂਟ ਦੇ ਉੱਤੇ ਆਪਰੇਟ ਕਰਦਾ ਤਾਂ ਉਹ 0 ਹੀ ਬਣਦਾ। Provided we stick ourselves to brass and cats corresponding to
wave functions satisfying suitable boundary conditions. These operators can operate also on bras in accordance with the formula. ਅਗਰ ਅਸੀਂ ਆਪਣੇ ਆਪ ਨੂੰ ਜਿਹੜੇ ਵੇਵ ਫੰਕਸ਼ਨਾਂ ਦੇ ਉਹਨਾਂ ਵੇਵ ਫੰਕਸ਼ਨਾਂ ਦੇ ਰਾਹ ਤੇ ਕੈਟ ਵੈਕਟਰਾਂ ਤੱਕ ਸੀਮਤ ਰੱਖੀਏ ਜੋ ਟੇਬਲ ਬਾਉਂਡਰੀ ਕੰਡੀਸ਼ਨਸ ਸੈਟੀਸਫਾਈ ਕਰਦੇ ਆ ਤਾਂ ਇਹ ਜਿਹੜੇ ਇਹ ਲੀਨੀਅਰ ਆਪਰੇਟਰ ਨੇ ਇਹ ਬਰਾ ਵੈਕਟਰਾਂ ਦੇ ਉੱਤੇ ਵੀ ਆਪਰੇਟ ਕਰ ਸਕਦੇ ਆ ਜੋ ਕਿ ਇਸ ਫਾਰਮੂਲੇ ਦੇ ਤੌਰ ਤੇ ਕਰ ਸਕਦੇ ਆ ਪਹਿਲਾਂ ਪੜਿਆ ਕਿ ਡੈਲਟਾ ਬਾਈ ਡੈਲਟਾ ਕਿਊ ਆਰ ਲੈਫਟ ਸਾਈਡ ਨੂੰ ਪਾਏ ਬਰਾ ਵੈਕਟਰ ਦੇ ਉੱਤੇ ਆਪਰੇਟ ਕਰਦਾ ਤਾਂ ਇਸ ਦਾ ਮਾਈਨਸ ਦਿੰਦਾ ਸਾਨੂੰ ਅਗਰ ਇਹ ਇਸ ਦੇ ਡੈਰੀਵੇਟਿਵ ਦੇ ਤੌਰ ਤੇ ਉਸ ਨੂੰ ਬਰਾ ਵੈਕਟਰ ਜਾਵੇ corresponding to phi bra separated by dy dq is equal to minus of d phi by dq bra vector है जो इसके माइनस के बराबर होता है याद रखन इसनों thus delta by delta qr can operate to the left on the conjugate complex of a wave function when it has the meaning of minus partial differentiation with respect to qr ਤਾਂ ਇਸ ਤਰ੍ਹਾਂ ਨਾਲ ਜਿਹੜਾ ਡੈਲਟਾ ਬਾਈ ਡੈਲਟਾ ਕਿਊ ਆਰ ਹੈ ਇਹ ਆਪਰੇਟਰ ਕਿਸੇ ਵੇਵ ਫੰਕਸ਼ਨ ਦੇ ਕੰਜੂਗੇਟ ਕੰਪਲੈਕਸ ਦੇ ਉੱਤੇ ਖੱਬੇ ਪਾਸੇ ਨੂੰ ਆਪਰੇਟ ਕਰ ਸਕਦਾ ਜਦੋਂ ਇਸ ਦਾ ਜਿਹੜਾ ਮੀਨਿੰਗ ਆ ਉਹ ਇਸ ਤਰ੍ਹਾਂ ਨਾਲ ਦਿਆ ਜਾਏਗਾ ਕਿ ਉਹ ਕਿਊ ਆਰ ਦੇ ਸੰਦਰਭ ਦੇ ਵਿੱਚ ਜਿਹੜੀ ਪਾਰਸ਼ਲ ਡਿਫਰੈਂਸ਼ੀਏਸ਼ਨ ਹੈ ਉਹ ਮਾਈਨਸ ਦੇ ਵਿੱਚ ਇਸ ਦੀ ਲਈ ਜਾਂਦੀ ਹੈ we find as before that each delta by delta qr is a pure imaginary linear operator corresponding to d by dq q minus q multiplied by dq d by dq is equal to 1. We have the commutation relations. ਅਸੀਂ ਇਹ ਖੋਜਿਆ ਕਿ ਜੋ ਪਹਿਲਾਂ ਅਸੀਂ ਦੇਖਿਆ ਸੀ ਕਿ ਹਰੇਕ ਜਿਹੜਾ ਡੈਰੀਵੇਟਿਵ ਆਪਰੇਟਰ ਹੈ ਡੈਲਟਾ ਬਾਈ ਡੈਲਟਾ ਕਿਊ ਆਰ ਇਹ ਇੱਕ ਪੂਰਾ ਸ਼ੁੱਧ ਤੌਰ ਤੇ ਇਮੈਜਨਰੀ ਕਾਲਪਨਿਕ ਲੀਨੀਅਰ ਆਪਰੇਟਰ ਹੈ ਜੋ ਕਿ ਇਸ ਸੰਬੰਧ ਦੇ ਸੰਬੰਧਤ ਹੈ ਕਿ ਇਹ ਆਪਰੇਟਰ ਜਦੋਂ ਪੋਜੀਸ਼ਨ ਵੈਕਟਰ ਨਾਲ ਇਸ ਤਰ੍ਹਾਂ ਨਾਲ ਮਲਟੀਪਲਾਈ ਹੁੰਦਾ ਹੈ ਕਿ ਪਹਿਲਾਂ ਡੀ ਕਿਊ ਬਾਈ ਡੀ ਬਾਈ ਡੀ ਕਿਊ ਜੋ ਆਪਰੇਟਰ ਹੈ ਇਹ ਕਿਊ ਨਾਲ ਮਲਟੀਪਲਾਈਡ ਹੋਵੇ ਤੇ ਬਾਅਦ ਵਿੱਚੋਂ ਤੇ ਕਿਊ ਹੈ ਜਿਹੜਾ ਇਹ ਡੀ ਬਾਈ ਡੀ ਕਿਊ ਨਾਲ ਮਲਟੀਪਲਾਈਡ ਹੋਵੇ ਤਾਂ ਦੋਨਾਂ ਦਾ ਡਿਫਰੈਂਸ ਹੈ ਜਿਹੜਾ ਇਹ 1 ਆਉਣਾ ਚਾਹੀਦਾ ਤਾਂ ਸਾਨੂੰ ਇਹ ਰਿਲੇਸ਼ਨ ਮਿਲਦੀ ਹੈ ਵੀ delta by delta QR QS minus QS delta by delta QR is equal to delta RS ਇੱਥੇ ਸਾਨੂੰ ਇਹ ਰਿਲੇਸ਼ਨ ਮਿਲਦੀ ਹੈ ਇੱਥੇ ਕਿ ਅਗਰ RS ਹੈ ਜੋ ਇਹ ਸੇਮ ਹੈ ਤਾਂ ਇਹ ਇੱਥੇ 1 ਆਉਂਦਾ ਅਦਰਵਾਈਜ਼ 0 ਆਉਂਦਾ ਡੈਲਟਾ ਫੰਕਸ਼ਨ RS ਦੇ ਵਿੱਚ ਦਾ ਇਹ ਮੀਨਿੰਗ ਹੈ ਕਿ ਇਸ ਦਾ ਜਿਹੜਾ ਕਮਿਊਟੇਟਰ ਹੈ ਡੈਰੀਵੇਟਿਵ ਆਪਰੇਟਰ ਦਾ ਤੇ ਨਾਲ ਇੱਕ ਫੰਕਸ਼ਨ ਦਾ ਅਗਰ ਇਹ ਫੰਕਸ਼ਨ ਕਿਊ ਆਰ ਤੇ ਐਸ ਸੇਮ ਨੇ ਤਾਂ ਫਿਰ ਇਹ ਇਜ਼ ਇਕੁਅਲ ਟੂ 1 ਆਏਗਾ ਤੇ ਅਗਰ ਇਹ ਸੇਮ ਨਹੀਂ ਹੈਗੇ ਫਿਰ ਇਸ ਦਾ ਜਿਹੜਾ ਕਮਿਊਟੇਸ਼ਨ ਰਿਲੇਸ਼ਨ ਹੈ ਜੋ ਹੁੰਦਾ ਵੈਸੇ ਇਸ ਨੂੰ ਉਲਟਾ ਸਮਝਿਆ ਜਾਂਦਾ ਕਮਿਊਟੇਸ਼ਨ ਰਿਲੇਸ਼ਨ ਫਿਰ ਹੁੰਦਾ ਅਗਰ ਇੱਥੇ 0 ਹੋਵੇ ਅਗਰ ਇੱਥੇ 1 ਹੋਵੇ ਤਾਂ ਕਮਿਊਟੇਸ਼ਨ ਰਿਲੇਸ਼ਨ ਨਹੀਂ ਹੁੰਦਾ ਫਿਰ ਇਹ ਆਪਸ ਵਿੱਚ ਨਾ ਕਰਕੇ ਨਹੀਂ ਲਿਖੇ ਜਾ ਸਕਦੇ ਅਗਰ ਇੱਥੇ 0 ਹੈ ਤਾਂ ਇਸਦਾ ਮਤਲਬ ਹੈ ਕਿ ਇੱਥੇ ਇਜ਼ ਇਕੁਅਲ ਟੂ ਹੈ ਕਿ ਇਹ ਇਸ ਨੂੰ ਇਦਾਂ ਲੈਫਟ ਰਾਈਟ ਨੂੰ ਬਦਲ ਕੇ ਗੁਣਾ ਕਰਿਆ ਜਾ ਸਕਦਾ ਅਗਰ ਇੱਥੇ 0 ਅਗਰ ਇੱਥੇ ਕੁਝ ਹੈ ਨॉन ਜ਼ੀਰੋ ਹੈ ਇਹ ਤਾਂ ਫਿਰ ਇਸ ਨੂੰ ਬਦਲ ਕੇ ਗੁਣਾ ਨਹੀਂ ਕੀਤਾ ਜਾ ਸਕਦਾ ਇਹਨਾਂ ਦੀ ਜਿਹੜੀ ਮਲਟੀਪਲੀਕੇਸ਼ਨ ਹੈ ਉਹ 0 ਨਹੀਂ ਹੁੰਦੀ ਜ਼ਿਆਦਾ ਕਮਿਊਟੇਸ਼ਨ ਰਿਲੇਸ਼ਨ ਦਾ ਮਤਲਬ ਇਹੀ ਹੈ ਕਿ ਦੋਵਾਂ ਨੂੰ ਬਦਲ ਕੇ ਗੁਣਾ ਕੀਤਾ ਜਾ ਸਕਦਾ ਤਾਂ ਇਹ ਸੰਬੰਧ ਰੱਖਦੇ ਨੇ ਕਮਿਊਟੇਸ਼ਨ ਰਿਲੇਸ਼ਨ ਤੇ ਅਗਰ ਇਹ 0 ਨਹੀਂ ਹੁੰਦਾ ਤਾਂ ਸਾਨੂੰ ਕ੍ਰਮਵਾਰ ਉਲਟਾ ਕਰਕੇ ਮਲਟੀਪਲਾਈ ਕਰੀਏ ਤਾਂ ਫਿਰ ਕਮਿਊਟੇਸ਼ਨ ਰਿਲੇਸ਼ਨ ਨਹੀਂ ਰੱਖਦੇ
ਇਹਨਾਂ ਨੂੰ ਗੁਣਾ ਨਹੀਂ ਕੀਤਾ ਜਾ ਸਕਦਾ, ਇਹ ਆਪਸ ਵਿੱਚ ਬਰਾਬਰ ਨਹੀਂ ਹੁੰਦੀਆਂ ਦੋ। अगर दोनों क्वांटिटियां बराबर हैं तो दोनों का डिफरेंस 0 होना चाहिए। वी हैव फर्दर डी बाई डी क्यू आर डेल्टा बाई डेल्टा क्यू आर डेल्टा बाई डेल्टा क्यू एस रेटिंग ऑन। ਹੁਣ ਹੋਰ ਅੱਗੇ ਅਸੀਂ ਚੱਲਦੇ ਹਾਂ ਕਿ ਇਸ ਦੇ ਉੱਤੇ ਦੋ ਆਪਰੇਟਰ ਇੱਥੇ ਆਪਰੇਟ ਕਰ ਰਹੇ ਹਾਂ, ਜਿਵੇਂ ਡੈਲਟਾ ਬਾਈ ਡੈਲਟਾ ਕਿਊ ਆਰ ਤੇ ਡੈਲਟਾ ਬਾਈ ਡੈਲਟਾ ਕਿਊ ਐਸ, ਤੇ ਇਸ ਸਾਈ ਕੱਟ ਦੇ ਉੱਤੇ ਆਪਰੇਟ ਕਰਦੇ ਨੇ, ਤਾਂ ਇਸ ਨੂੰ ਇਹ ਡੈਲਟਾ ਸਕੇਅਰ ਡੈਲਟਾ ਕਿਊ ਆਰ ਡੈਲਟਾ ਕਿਊ ਐਸ ਇਸ ਤਰ੍ਹਾਂ ਲਿਖ ਸਕਦੇ ਹਾਂ, ਡਬਲ ਡਿਫਰੈਂਸ਼ੀਏਸ਼ਨ ਹੈ। ਇਸ ਨੂੰ ਸਾਈ ਕੱਟ ਦੇ ਉੱਤੇ ਆਪਰੇਟ ਕਰਦੇ ਨੇ ਤਾਂ ਇਸ ਨੂੰ ਤੇ ਆਪਸ ਵਿੱਚ ਅਦਲ ਬਦਲ ਕਰਕੇ ਲਿਖੇ ਜਾ ਸਕਦੇ ਨੇ। ਕਿਊ ਐਸ ਪਹਿਲਾਂ ਲਿਖਿਆ ਜਾ ਸਕਦਾ, ਕਿਊ ਆਰ ਬਾਅਦ ਵਿੱਚੋਂ ਲਿਖਿਆ ਜਾ ਸਕਦਾ। ਤੇ ਡੈਲਟਾ ਸਕੇਅਰ ਹੈ ਜੋ ਇਸਦਾ, ਇਹ ਦੋਵਾਂ ਨੂੰ ਅਦਲ ਬਦਲ ਕਰਕੇ ਇਹ ਵੀ ਇੱਕ ਬਰਾਬਰ ਹੀ ਗੱਲ ਹੈ। showing that delta QR delta delta by delta QR delta by delta QS is equal to delta QS is multiplied by delta QR। ਇਹਨਾਂ ਨੂੰ ਅਦਲ ਬਦਲ ਕਰਕੇ ਦੋਵਾਂ ਨੂੰ ਗੁਣਾ ਕੀਤਾ ਜਾ ਸਕਦਾ, ਜਾਂ ਆਪਰੇਟ ਕਰਨ ਵੇਲੇ ਇਹਨਾਂ ਦੀ ਜਿਹੜੀ ਆਰਡਰ ਹੈਗਾ ਉਹ ਚੇਂਜ ਕੀਤਾ ਜਾ ਸਕਦਾ ਹੈ। Comparing these with QR PS minus PS QR is equal to iota H bar delta RS, we set the linear operators minus iota H bar delta by delta QR satisfying the same commutation relations with the Q's and with other that the P। ਇਹਨਾਂ ਰਿਜ਼ਲਟਾਂ ਨੂੰ ਅਗਰ ਅਸੀਂ ਇਸ ਇਕੁਏਸ਼ਨ ਦੇ ਨਾਲ ਕੰਪੇਅਰ ਕਰਕੇ ਦੇਖੀਏ, ਕਿਊ ਆਰ ਐਸ ਦੇ ਵਿੱਚ ਇਹ ਡਿਫਰੈਂਟ ਨੇ, ਤਾਂ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਇਹ ਅਪੋਜ਼ਿਟ ਆਰਡਰ ਦੇ ਵਿੱਚ ਗੁਣਾ ਕਰਨ ਨਾਲ 0 ਰਹਿੰਦਾ। ਅਗਰ ਇਹ ਸੇਮ ਨੇ ਆਰ ਤੇ ਐਸ, ਫਿਰ ਇਹ ਡੈਲਟਾ ਆਰ ਐਸ ਇਜ਼ ਇਕੁਅਲ ਟੂ 1 ਹੋ ਜਾਂਦਾ, ਤੇ ਇੱਥੇ ਆਇਓਟਾ ਐਚ ਬਾਰ ਇਹਨਾਂ ਦਾ ਡਿਫਰੈਂਸ ਬਣਦਾ ਹੈ। ਕਮਿਊਟੇਸ਼ਨ ਰਿਲੇਸ਼ਨ ਇੱਥੇ ਨਹੀਂ ਰਹਿੰਦਾ। ਅਸੀਂ ਦੇਖਦੇ ਹਾਂ ਕਿ ਜਿਹੜਾ ਲੀਨੀਅਰ ਆਪਰੇਟਰਸ ਨੇ, ਆਪਰੇਟਰ ਹੈ ਮਾਈਨਸ ਆਇਓਟਾ ਐਚ ਬਾਰ ਡੈਲਟਾ ਬਾਈ ਡੈਲਟਾ ਕਿਊ ਆਰ, ਇਹ ਉਹੀ ਕਮਿਊਟੇਸ਼ਨ ਰਿਲੇਸ਼ਨਾਂ ਨੂੰ ਕਰਦਾ ਜੋ ਕਿਊ ਤੇ ਜੋ ਕਿਊ ਦੇ ਨਾਲ ਉਹਨਾਂ ਕਮਿਊਟੇਸ਼ਨ ਰਿਲੇਸ਼ਨਸ ਨੂੰ ਸੈਟੀਸਫਾਈ ਕਰਦਾ ਜੋ ਇਹ ਇੱਕ ਦੂਜੇ ਨਾਲ ਪੀਜ਼ ਨੇ, ਜਿਹੜੇ ਮੋਮੈਂਟਾ ਨੇ ਜਿਹੜੇ, ਉਹ ਵੀ ਇਸੇ ਤਰ੍ਹਾਂ ਨਾਲ ਜੋ ਸੇਮ ਕੰਪੀਟੀਸ਼ਨ ਰਿਲੇਸ਼ਨਸ ਵਿਦ ਕਿਊਜ਼ ਐਂਡ ਵਿਦ ਈਚ ਅਦਰ, ਤੇ ਇਹ ਸਾਰੇ ਆਪਸ ਵਿੱਚ ਵੀ ਉਹੀ ਸੇਮ ਕੰਪੀਟੀਸ਼ਨ ਰਿਲੇਸ਼ਨਸ ਸੈਟੀਸਫਾਈ ਕਰਦੇ। Pairing these with पढ़ चुके हैं, अगली लाइन पढ़ते हैं। इट वुड बी पॉसिबल टू टेक पी आर इज इक्वल टू माइनस आयोटा एच बार डेल्टा बाय डेल्टा क्यू आर विदाउट गेटिंग इनकंसिस्टेंसी। कोई इनकंसिस्टेंसी गैर अनुकूलता तो बिना किसी हिचकिचाहट तो ਆਪਾਂ ਜਿਹੜਾ मोमेंटा कोऑर्डिनेट है कोई आर कोऑर्डिनेट है कोई, इसमें माइनस आयोटा एच बार डेल्टा बाई डेल्टा क्यू आर के तौर पर ले सकते हैं। This possibility enables us to see that the queues must form a complete commuting set of observables, since it means that any function of the queues and p's could be taken to be a function of queues and minus iota h bar d by d queues, and then could not commute with all the queues unless it is a function of the queues only। ਤਾਂ ਜਿਹੜੀ ਇਹ ਸੰਭਾਵਨਾ ਹੈ, ਇਹ ਸਾਨੂੰ ਇਹ ਦੇਖਣ ਦੇ ਯੋਗ ਕਰਦੀ ਹੈ ਕਿ ਜਿਹੜੇ ਪੋਜੀਸ਼ਨ ਕੋਆਰਡੀਨੇਟ ਨੇ, ਇਹ ਜ਼ਰੂਰ ਇਹ ਅਬਜ਼ਰਵੇਬਲਾਂ ਦਾ ਇੱਕ ਕਮਿਊਟੇਟਿੰਗ
ਸੈੱਟ ਬਣਾਉਂਦੇ ਹੋਣੇ ਚਾਹੀਦੇ ਆ। ਕਿਉਂਕਿ ਇਹਨਾਂ ਦਾ ਅਰਥ ਇਹ ਹੈ ਕਿ ਕੋਈ ਵੀ ਜਿਹੜਾ ਫੰਕਸ਼ਨ ਹੈ ਕਿਊ ਤੇ ਪੀ ਦਾ ਪੋਜੀਸ਼ਨ ਤੇ ਮੋਮੈਂਟਾ ਆਪਰੇਟਰਾਂ ਦਾ, ਇਹ ਐਸਾ ਫੰਕਸ਼ਨ ਦੇ ਤੌਰ ਤੇ ਲਿਆ ਜਾ ਸਕਦਾ ਤੇ ਕਿਊ ਤੇ ਪੀ ਦੇ ਕਿਊ ਅਤੇ ਮਾਈਨਸ ਏਓਟਾ ਡੈਲਟਾ ਬਾਈ ਡੈਲਟਾ ਕਿਊ ਡੈਲਟਾ ਕਿਊਆਂ ਦੇ ਤੌਰ ਇੱਕ ਐਸੇ ਫੰਕਸ਼ਨ ਦੇ ਤੌਰ ਤੇ ਇਹਨਾਂ ਨੂੰ ਲਿਆ ਜਾ ਸਕਦਾ ਜੋ ਕਿ ਸਾਰੇ ਕਿਊ ਜਿਹੜੇ ਕੋਆਰਡੀਨੇਟਸ ਨੇ ਉਹਨਾਂ ਦੇ ਨਾਲ ਕਮਿਊਟ ਨਹੀਂ ਕਰ ਸਕਦੇ unless it is a function of the queues only, ਜਦ ਤੱਕ ਇਹ ਸਿਰਫ ਜਿਹੜੇ ਪੋਜੀਸ਼ਨ ਆਪਰੇਟਰ ਆ ਉਹਨਾਂ ਦਾ ਹੀ ਇੱਕ ਫੰਕਸ਼ਨ ਨਹੀਂ ਹੋਇਆ। The equations PR is equal to minus iota h bar delta by delta QR do not necessarily, ਜਿਹੜੀ ਇਹ ਇਕੁਏਸ਼ਨਾਂ ਨੇ ਜਿਹੜੀਆਂ ਮੋਮੈਂਟਾ ਕੋਆਰਡੀਨੇਟਾਂ ਦੀਆਂ ਮਾਈਨਸ ਆਇਓਟਾ ਐਚ ਬਾਰ ਡੈਲਟਾ ਬਾਈ ਡੈਲਟਾ ਕਿਊ ਆਰ ਲੈ ਸਕਦੇ ਹਾਂ। ਇਹ ਜਿਹੜੀਆਂ ਸਮੀਕਰਨਾਂ ਨੇ ਇਹ ਜ਼ਰੂਰੀ ਨਹੀਂ ਹੈ ਕਿ ਇਹ ਲਾਗੂ ਹੁੰਦੀਆਂ, ਇਹਨਾਂ ਦਾ ਲਾਗੂ ਹੋਣਾ ਇਹ ਜ਼ਰੂਰੀ ਨਹੀਂ ਹੈ ਕਿ ਇਹ ਲਾਗੂ ਹੋਣ। But in any case, the quantities PR plus iota h bar delta by delta q are each commutate with all the q's. So each of them is a function of the q's. From theorem 2 of chapter 19, which states that a linear operator that commutes with each of a complete set of commutating observables is a function of those observables. ਪਰ ਕਿਸੇ ਵੀ ਕੇਸ ਦੇ ਵਿੱਚ ਜਿਹੜੀਆਂ ਇਹ ਮਾਤਰਾਵਾਂ ਨੇ ਪੀ ਆਰ ਪਲਸ ਆਇਓਟਾ ਐਚ ਬਾਰ ਡੈਲਟਾ ਬਾਈ ਡੈਲਟਾ ਕਿਊ ਆਰ, ਇਹ ਹਰੇਕ ਪੋਜੀਸ਼ਨ ਜਿਹੜੇ ਆਪਰੇਟਰ ਪੋਜੀਸ਼ਨ ਕੋਆਰਡੀਨੇਟ ਨੇ ਇਹਨਾਂ ਦੇ ਨਾਲ ਇਹ ਕਮਿਊਟ ਕਰਦੇ ਨੇ। ਜਿਹੜੇ ਇਹ ਵਾਲੀ ਮਾਤਰਾ ਪੀ ਆਰ ਪਲਸ ਆਇਓਟਾ ਐਚ ਬਾਰ ਡੈਲਟਾ ਬਾਈ ਡੈਲਟਾ ਕਿਊ ਆਰ, ਕਈ ਇਹਨਾਂ ਵਿੱਚੋਂ ਜਿਹੜਾ ਹਰੇਕ ਫੰਕਸ਼ਨ ਹੈ ਉਹ ਪੋਜੀਸ਼ਨ ਦਾ ਫੰਕਸ਼ਨ ਹੈ, is a function of the q's from theorem, ਇਸ ਥਿਊਰਮ ਤੋਂ ਇਹ ਆਪਾਂ ਚੈਪਟਰ 19 ਵਿੱਚ ਪੜ੍ਹੀ ਹੈ। ਦੇ ਵਿੱਚ ਦੂਜੀ ਥਿਊਰਮ ਹੈ ਜੋ ਇਹ ਕਹਿੰਦੀ ਹੈ ਕਿ ਇਹ ਲੀਨੀਅਰ ਆਪਰੇਟਰ, ਇਹ ਇੱਕ ਲੀਨੀਅਰ ਆਪਰੇਟਰ ਜੋ ਕਮਿਊਟ ਕਰਨ ਵਾਲੇ ਅਬਜ਼ਰਵੇਬਲਾਂ ਦਾ ਇੱਕ ਕੰਪਲੀਟ ਸੈੱਟ ਦੇ ਕੰਪਲੀਟ ਸੈੱਟ ਵਿੱਚੋਂ ਹਰੇਕ ਦੇ ਨਾਲ ਜੋ ਕਮਿਊਟ ਕਰਦਾ, ਜੋ ਸੰਬੰਧ ਰੱਖਦਾ ਹੈ, is a function of those observables, ਉਹ ਉਹਨਾਂ ਹੀ ਅਬਜ਼ਰਵੇਬਲਾਂ ਦਾ ਇੱਕ ਫੰਕਸ਼ਨ ਹੁੰਦਾ। Thus PR is equal to minus iota h bar delta by delta QR plus a function FR of Q। ਤਾਂ PR ਨੂੰ ਅਸੀਂ ਇਸ ਤਰ੍ਹਾਂ ਨਾਲ ਫਿਰ ਲੈ ਸਕਦੇ ਹਾਂ ਕਿ ਇਸ ਦੇ ਵਿੱਚ ਇੱਕ ਹੋਰ ਫੰਕਸ਼ਨ ਜੋੜ ਸਕਦੇ ਹਾਂ ਜੋ ਕਿ ਇੱਕ Q ਦਾ ਵੀ ਫੰਕਸ਼ਨ ਹੋਵੇ। Since PR and minus iota h bar delta by delta QR are both real, ਕਿਉਂਕਿ ਇਹ ਦੋਵੇਂ ਵਾਸਤਵਿਕ ਦੇ ਨੇ ਮੋਮੈਂਟਾ ਤੇ ਇਹ ਵਾਲੇ ਮਾਈਨਸ ਆਇਓਟਾ ਐਚ ਬਾਰ ਡੈਲਟਾ ਬਾਈ ਡੈਲਟਾ ਕਿਊ ਆਰ ਬੋਥ ਰੀਅਲ, ਤਾਂ ਇਸ ਲਈ ਜਿਹੜਾ ਫੰਕਸ਼ਨ ਹੈ ਕਿਊ ਆਰ, ਅਗਰ ਇਹ ਰੀਅਲ ਹੈ ਤਾਂ ਇਹ ਵੀ ਰੀਅਲ ਹੋਣਾ ਚਾਹੀਦਾ। ਸੋ ਐਫ ਆਰ ਆਫ ਕਿਊ ਮਸਟ ਬੀ ਰੀਅਲ, ਇਹ ਵੀ ਰੀਅਲ ਫੰਕਸ਼ਨ ਹੋਣਾ ਚਾਹੀਦਾ। For any function f of the q's have ਪੋਜੀਸ਼ਨ ਕੋਆਰਡੀਨੇਟਾਂ ਦਾ ਕੋਈ ਵੀ ਫੰਕਸ਼ਨ f, ਇਹਨਾਂ ਦੇ ਲਈ ਸਾਡੇ ਕੋਲ ਇਹ ਹੁੰਦਾ ਕਿ ਜਿਹੜਾ ਡੈਰੀਵੇਟਿਵ ਆਪਰੇਟਰ ਹੈ ਡੈਲਟਾ ਬਾਈ ਡੈਲਟਾ ਕਿਊ ਆਰ, ਇਹ ਜਦੋਂ ਦੋਨਾਂ ਫੰਕਸ਼ਨਾਂ ਦੇ ਉੱਤੇ ਆਪਰੇਟ ਕਰੇਗਾ, ਦੋਨਾਂ ਕੈਟ ਵੈਕਟਰ ਐਫ ਤੇ ਕਿਊ, ਐਫ ਤੇ ਸਾਈ ਕੈਟ ਦੇ ਉੱਤੇ ਜਦੋਂ ਆਪਰੇਟ ਕਰਦਾ, ਅਸੀਂ ਇਸ ਨੂੰ ਪ੍ਰੋਡਕਟ ਰੂਲ ਦੇ ਤਰ੍ਹਾਂ ਪਹਿਲਾਂ ਐਫ ਨੂੰ ਬਾਹਰ ਕੱਢ ਕੇ ਸਾਈ ਕੈਟ ਦੇ ਉੱਤੇ ਆਪਰੇਟ ਕਰਦੇ ਹਾਂ ਤੇ ਬਾਅਦ ਵਿੱਚੋਂ ਸਾਈ ਕੈਟ ਨੂੰ ਬਾਹਰ ਕੱਢ ਕੇ
ਐਫ ਦੇ ਉੱਤੇ ਡੈਰੀਵੇਟਿਵ ਨੂੰ ਉਹਨਾਂ ਦੇ ਜੋੜ ਦੇ ਰੂਪ ਦੇ ਵਿੱਚ ਅਸੀਂ ਇਸ ਨੂੰ ਲਿਖ ਸਕਦੇ ਹਾਂ। Showing that delta by delta QRF minus F delta by delta QR is equal to delta F by delta QR, जो कि ਇਹ ਦਿਖਾਉਂਦਾ ਹੈ ਕਿ ਡੈਰੀਵੇਟਿਵ ਆਪਰੇਟਰ ਇੱਥੇ ਅਸੀਂ ਇਹਦੇ ਵਿੱਚ ਇਸ ਨੂੰ ਲੈਫਟ ਸਾਈਡ ਦੇ ਆਉਂਦਾ ਇੱਥੇ ਮਾਈਨਸ ਲੱਗ ਜਾਂਦਾ ਹੈ ਤੇ ਇੱਥੇ ਇੱਧਰ ਕੱਲਾ ਇਹ ਬਚਦਾ ਡੈਲਟਾ ਐਫ ਬਾਈ ਡੈਲਟਾ ਕਿਊ ਆਰ ਤੇ ਸਾਈ ਫੈਕਟ ਹੈ ਜੋ ਇੱਥੇ ਕਾਮਨ ਅਸੀਂ ਦੇ ਵਿੱਚੋਂ ਡਿਵਾਈਡ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਇਹ ਬਚਦਾ ਹੈ ਕਿ ਇਸ ਦਾ ਜਿਹੜਾ ਕਮਿਊਟੇਟਰ ਹੈ ਕਿ ਐਫ ਤੇ ਡੈਰੀਵੇਟਿਵ ਆਪਰੇਟਰ ਇਹ ਦੋਨੋਂ ਕਮਿਊਟ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਇਹ ਸਾਡੇ ਕੋਲ ਇਸ ਤਰ੍ਹਾਂ ਨਾਲ ਇਹ ਸਾਨੂੰ ਮਿਲ ਜਾਂਦਾ ਡੈਲਟਾ ਬਾਈ ਡੈਲਟਾ ਕਿਊ ਆਰ ਦੇ ਤੌਰ ਤੇ with the help of PR is equal to minus iota h bar delta by delta QR plus F of R, FR of Q, we can now deduce the general formula PRF minus FPR is equal to minus iota h bar delta F by delta QR। ਤਾਂ ਅਸੀਂ ਇਸ ਫਾਰਮੂਲੇ ਦੇ ਹੈਲਪ ਦੇ ਨਾਲ ਇੱਕ ਆਮ ਫਾਰਮੂਲਾ ਬਣਾ ਸਕਦੇ ਹਾਂ ਕਿ ਜਿਹੜਾ ਮੋਮੈਂਟਮ ਆਪਰੇਟਰ ਹੈ ਜਦੋਂ ਕਿਸੇ ਫੰਕਸ਼ਨ ਦੇ ਨਾਲ ਮਲਟੀਪਲਾਈ ਹੁੰਦਾ ਹੈ ਤੇ ਫਿਰ ਫੰਕਸ਼ਨ ਉਹ ਮੋਮੈਂਟਮ ਆਪਰੇਟਰ ਦੇ ਨਾਲ ਮਲਟੀਪਲਾਈ ਹੁੰਦਾ ਕੋਆਰਡੀਨੇਟ ਨਾਲ ਮਲਟੀਪਲਾਈ ਹੁੰਦਾ ਤਾਂ ਦੋਨੋਂ ਦਾ ਡਿਫਰੈਂਸ ਹੈ ਜਿਹੜਾ ਉਹ ਮਾਈਨਸ ਆਇਓਟਾ ਐਚ ਬਾਰ ਤੇ ਉਸ ਫੰਕਸ਼ਨ ਦੇ ਡੈਰੀਵੇਟਿਵ ਵਿਦ ਰਿਸਪੈਕਟ ਟੂ ਕਿਊ ਆਰ ਦੇ ਨਾਲ ਇਸ ਨੂੰ ਇਸ ਤਰ੍ਹਾਂ ਇਕੁਏਟ ਕਰਕੇ ਸਕਦੇ ਹਾਂ। So this formula may be written in question bracket notation। ਇਸ ਫਾਰਮੂਲੇ ਨੂੰ ਅਸੀਂ ਕੁਐਸਚਨ ਬ੍ਰੈਕਟ ਨੋਟੇਸ਼ਨ ਦੇ ਵਿੱਚ ਵੀ ਲਿਖ ਸਕਦੇ ਹਾਂ। ਐਫ ਤੇ ਪੀ ਆਰ ਦੀ ਜਿਹੜੀ ਕਮਿਊਟੇਸ਼ਨ ਰਿਲੇਸ਼ਨ ਹੈ ਇਸ ਨੂੰ ਇਸ ਦਾ ਮਤਲਬ ਇਹ ਹੁੰਦਾ ਐਫ ਤੇ ਪੀ ਆਰ ਇਕੁਅਲ ਟੂ delta f by delta QR when it is the same as in classical theory। ਜਦੋਂ ਇਹ ਕਲਾਸੀਕਲ ਥਿਊਰੀ ਦੇ ਵਿੱਚ ਇਹੀ ਹੁੰਦਾ ਤਾਂ as follows from ਦੇ ਵਿੱਚ ਕਲਾਸੀਕਲ ਦੇ ਵਿੱਚ ਅਸੀਂ ਵੀ ਦਾ ਜੋ ਕੁਐਸਚਨ ਬ੍ਰੈਕਟ ਦੀ ਫਾਰਮ ਇਸ ਤਰ੍ਹਾਂ ਨਾਲ ਲਿਖਦੇ ਹਾਂ ਕਿ summation over r sum over r delta u by delta QR multiplied by delta v by delta PR minus delta u by delta PR multiplied by delta v by delta QR ਦੇ ਵਿੱਚ summation over r ਲੈ ਕੇ ਅਸੀਂ v ਦੀ ਜਿਹੜੀ ਕੁਐਸਚਨ ਬ੍ਰੈਕਟ ਫਾਰਮ ਹੈ ਉਹ ਇਸ ਤਰ੍ਹਾਂ ਨਾਲ ਅਸੀਂ ਪਹਿਲਾਂ ਅਸੀਂ ਪੜ੍ਹੀ ਹੈ ਜੋ ਇਸ ਤਰ੍ਹਾਂ ਨਾਲ ਹੁੰਦੀ ਹੈ ਇਹ ਇਸ ਦੇ ਸਮਾਨ ਇਸ ਦੇ ਬਰਾਬਰ ਹੀ ਇਹ ਫਾਰਮੂਲਾ ਹੁੰਦਾ multiplying delta by delta QR delta by delta QS is delta delta QS delta by delta QR ਜਾਂ ਇਸ ਨੂੰ ਉਲਟਾ ਕਰ ਲਿਖ ਸਕਦੇ ਹਾਂ ਅਸੀਂ ਮਾਈਨਸ ਆਇਓਟਾ ਸਕੇਅਰ ਦੇ ਨਾਲ ਅਸੀਂ ਮਲਟੀਪਲਾਈ ਕਰਦੇ ਹਾਂ ਕਿਉਂਕਿ ਇੱਥੇ ਮਾਈਨਸ ਆਇਓਟਾ ਐਚ ਸਕੇਅਰ ਦਾ ਮਤਲਬ ਐਚ ਸਕੇਅਰ ਐਚ ਬਾਰ ਸਕੇਅਰ ਹੀ ਹੁੰਦਾ ਤੇ ਮਾਈਨਸ ਆਇਓਟਾ ਦਾ ਸਕੇਅਰ -1 ਹੁੰਦਾ ਤੇ ਮਾਈਨਸ ਹੋ ਜਾਂਦਾ ਤੇ ਐਚ ਬਾਰ ਦੇ ਨਾਲ ਮਲਟੀਪਲਾਈ ਕਰਕੇ ਨਾਲ ਲਿਖ ਸਕਦੇ ਹਾਂ and subtracting and substituting for minus iota h bar delta by delta QR and minus iota h bar delta by delta QS their values given by
PR is equal to minus iota H bar delta by delta QR plus F bar of Q get ਅਸੀਂ ਇਸ ਦੇ ਵਿੱਚ ਇਹ ਸਬਸਟੀਟਿਊਟ ਕਰਕੇ ਵੈਲਿਊਜ਼ ਇਹ ਪ੍ਰਾਪਤ ਕਰਦੇ ਹਾਂ PR minus FR PS minus FS is PS minus FS multiplied by PR minus FR, which reduces with the help of the quantum condition. PR PS is equal to PSP. उल्टा के लिखना कोई फर्क नहीं पड़ता। ये लास्ट वाली इक्वेशन बन जाता PR FS plus FR PS is equal to PS FR plus FS PR. This reduces further with the help of PRF minus FPR is equal to minus iota H bar delta F by delta QR जो ਅਸੀਂ ਪਹਿਲਾਂ ਪੜਿਆ ਇਸ ਦੇ ਨਾਲ ਹੀ ਜਿਹੜਾ ਫਾਰਮੂਲਾ ਇਹ ਇਸ ਤਰ੍ਹਾਂ ਨਾਲ ਰਿਡਿਊਸ ਹੋ ਕੇ ਤੱਕ ਰਹਿ ਜਾਂਦਾ delta fs by delta QR is equal to delta fr by delta QS, showing that the function fr are all of this form. Fr is equal to df by dqr with f independent of r. ਜਿਹੜਾ ਇੱਥੇ ਫੰਕਸ਼ਨ ਦਾ ਡੈਰੀਵੇਟਿਵ ਹੈ ਜਿਵੇਂ ਫੰਕਸ਼ਨ ਹੈ r ਡੈਰੀਵੇਟਿਵ ਦੇ ਨਾਲ ਸੰਬੰਧਿਤ ਉਹ ਇੱਕ f ਦੇ ਡੈਰੀਵੇਟਿਵ qr ਦੇ with respect to qr f ਦੇ ਡੈਰੀਵੇਟਿਵ ਦੇ ਤੌਰ ਤੇ ਬਣ ਜਾਂਦਾ ਜਿਹਦੇ ਵਿੱਚ ਜਿਹੜਾ f ਹੈ ਉਹ r ਤੋਂ ਇੰਡੀਪੈਂਡੈਂਟ ਹੁੰਦਾ। Equation PR is equal to minus iota h bar delta by delta qr plus fr of q now becomes ਇਹ equation ਹੁਣ ਇਸ ਤਰ੍ਹਾਂ ਨਾਲ ਬਣ ਜਾਂਦੀ PR is equal to minus iota h bar q delta by delta qr plus delta f plus delta f by delta qr ਇੱਥੇ ਜਿਹੜਾ FR ਅਸੀਂ ਪਹਿਲਾਂ ਪਲੱਸ ਕੀਤਾ ਸੀ ਉਸ ਦੀ ਜਗ੍ਹਾ ਅਸੀਂ ਡੈਲਟਾ F ਡੈਲਟਾ QR ਲਿਖ ਕੇ ਇਸ ਇਕੁਏਸ਼ਨ ਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਜਿਹੜਾ ਮੋਮੈਂਟਮ ਕੋਆਰਡੀਨੇਟ ਹੈ ਇਹ ਮਾਈਨਸ ਇਓਟਾ H ਬਾਰ ਦੇ ਨਾਲ ਡੈਰੀਵੇਟਿਵ ਆਪਰੇਟਰ QR ਦੇ ਨਾਲ ਮਾਈਨਸ ਲਗਾ ਕੇ ਇਸ ਦੇ ਵਿੱਚ ਇੱਕ ਹੋਰ ਫੰਕਸ਼ਨ ਜੋੜ ਕੇ ਅਸੀਂ ਜਿਹੜਾ ਕਿ ਉਸੇ ਡੈਰੀਵੇਟਿਵ ਦੇ with respect to function ਦਾ derivative ਹੋਵੇ। We have been working with a representation which is fixed to the extent that the q's must be diagonal in it but which contain arbitrary phase factors। ਹੁਣ ਤੱਕ ਜੋ ਅਸੀਂ ਕੰਮ ਕੀਤਾ ਹੈ ਪ੍ਰਸਤੁਤੀ ਨਾਲ ਐਸੀ ਪ੍ਰਸਤੁਤੀ ਨਾਲ ਜੋ ਕਿ ਇਸ ਹੱਦ ਤੱਕ ਫਿਕਸ ਹੋ ਜਾਂਦੀ ਹੈ ਕਿ ਜਿਹੜੇ पोजीशन कोआर्डिनेट ने क्यू ये डायगोनल होने चाहिए हैं ਦੇ ਵਿੱਚ ਪਰ but which contains arbitrary phase factors ਪਰ ਇਹਨਾਂ ਦੇ ਵਿੱਚ ਮਨ ਚਾਹੇ phase factor ਹੋਣੇ ਚਾਹੀਦੇ। if the phase factors are changed ਜੇਕਰ ਫੇਸ ਫੈਕਟਰਾਂ ਨੂੰ ਤਬਦੀਲ ਕੀਤਾ ਜਾਂਦਾ ਹੈ ਤਾਂ ਆਪਰੇਟਰ ਡੈਲਟਾ ਬਾਈ ਡੈਲਟਾ QR ਗੈਟ ਚੇਂਜਡ ਤਾਂ ਇਹਨਾਂ ਦੇ ਡੈਰੀਵੇਟਿਵ ਵੀ ਚੇਂਜ ਹੋ ਜਾਂਦਾ ਡੈਰੀਵੇਟਿਵ ਆਪਰੇਟਰ ਨੇ ਜੋ ਇਹ ਵੀ ਚੇਂਜ ਹੋ ਜਾਂਦਾ। ਇਟ ਵਿਲ ਨਾਓ ਬੀ ਸ਼ੋਨ ਦੈਟ ਹੁਣ ਇਹ ਦਿਖਾਇਆ ਜਾਏਗਾ ਕਿ ਬਾਈ ਅ ਸੁਟੇਬਲ ਚੇਂਜ ਇਨ ਦਾ ਫੇਸ ਫੈਕਟਰ ਤੇ ਫੇਸ ਫੈਕਟਰ ਦੇ ਵਿੱਚ ਇੱਕ ਸੁਟੇਬਲ ਤਬਦੀਲੀ ਕਰਕੇ ਦਾ ਫੰਕਸ਼ਨ f
ਜਿਹੜਾ ਇਹਦੇ ਵਿੱਚ ਜਿਹੜਾ ਫੰਕਸ਼ਨ ਐਫ ਆਪਾਂ ਜੋ ਇਕੁਏਸ਼ਨ ਲਿਖੀ ਹੈ ਕੈਨ ਬੀ ਮੇਡ ਟੂ ਵੈਨਿਸ਼, ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਡੈਲਟਾ ਐਫ ਵਾਈ ਦਾ ਕਿਊ ਆਰ ਵਾਲਾ ਜਿਹੜਾ ਐਫ ਫੰਕਸ਼ਨ ਖਤਮ ਕਰ ਸਕਦੇ ਹਾਂ ਇੱਕ ਫੇਸ ਫੈਕਟਰ, ਇੱਕ ਸੂਟੇਬਲ ਫੇਸ ਫੈਕਟਰਾਂ ਦੇ ਵਿੱਚ ਇੱਕ ਸੂਟੇਬਲ ਚੇਂਜ ਕਰਕੇ, so that the equations PR is equal to minus iota h bar delta y delta q are made to hold, ਤਾਂ ਜੋ ਇਹ ਜਿਹੜੀ ਇਕੁਏਸ਼ਨ ਹੈ ਇਹ ਲਾਗੂ ਹੋਣ। Using stars to distinguish quantities referring to the presentation with the new phase vectors, we shall have the two basic stars connected with the previous ones by ਤਾਂ ਜਿਹੜੀਆਂ ਨਵੀਆਂ ਪ੍ਰਸਤੁਤੀਆਂ ਨੇ ਉਹਨਾਂ ਦੇ ਵੱਲ ਇਸ਼ਾਰਾ ਕਰਨ ਦੇ ਲਈ ਮਾਤਰਾਵਾਂ ਨੇ ਉਹਨਾਂ ਨੂੰ ਵੱਖਰਾ ਦਿਖਾਉਣ ਦੇ ਲਈ ਅਸੀਂ ਸਟਾਰ ਯੂਜ਼ ਕਰ ਸਕਦੇ ਹਾਂ ਵਿਦ ਆ ਨਿਊ ਫੇਸ ਫੈਕਟਰਸ, ਨਵੇਂ ਫੇਸ ਫੈਕਟਰਾਂ ਦੇ ਨਾਲ ਜਿਹੜੀਆਂ ਪ੍ਰਸਤੁਤੀਆਂ ਬਣਦੀਆਂ ਨੇ ਉਹਨਾਂ ਨੂੰ ਪਹਿਲਾਂ ਵਾਲੀਆਂ ਨਾਲੋਂ ਵੱਖਰਾ ਦਿਖਾਉਣ ਲਈ ਸਟਾਰ ਦੀ ਯੂਜ਼ ਵਰਤ ਹੋਏਗੀ। ਤੇ we shall have the new basic bras connected with the previous one, ਤਾਂ ਜਿਹੜੇ ਬਰਾ ਵੈਕਟਰ ਨੇ ਉਹਨਾਂ ਨੂੰ ਨਵੇਂ ਬੇਸਿਕ ਬਰਾਸ ਜੋ ਹੁਣ ਪਹਿਲਿਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਹਿਲਿਆਂ ਬਰਾ ਵੈਕਟਰਾਂ ਦੇ ਨਾਲ ਜੁੜੇ ਹੋਏ ਨਵੇਂ ਵੈਕਟਰ ਦਿਖਾਉਣ ਦੇ ਲਈ ਸਾਡੇ ਕੋਲ ਕੁਝ ਹੋਰ ਤਰ੍ਹਾਂ ਦੇ ਬਰਾ ਵੈਕਟਰ ਆਉਣਗੇ। ਇੱਥੇ ਕਿਊ ਪ੍ਰਾਈਮ ਤੇ ਲਿਖਿਆ ਸੀ Q1 ਤੋਂ ਲੈ ਕੇ Qn ਤੱਕ ਦੇ ਜੋ ਬਰਾ ਵੈਕਟਰ ਨੇ ਤੇ ਨਾਲ ਅਸੀਂ ਸਟਾਰ ਲਾਉਂਦੇ ਹਾਂ ਤੇ ਇਹਨਾਂ ਦੇ ਨਾਲ ਅਸੀਂ ਇੱਕ ਫੇਸ ਫੈਕਟਰ ਲਗਾ ਦਿੰਦੇ ਹਾਂ e ਰੇਜ਼ ਟੂ ਪਾਵਰ ਆਇਓਟਾ ਗਾਮਾ ਪ੍ਰਾਈਮ, ਯਾਨੀ ਕਿ ਜਿਹੜੇ ਕਿਊ ਤੋਂ ਲੈ ਕੇ Q1 2 3 ਬਰਾ ਵੈਕਟਰ ਨੇ ਕਿਊ ਪ੍ਰਾਈਮ ਵਾਲੇ, ਇਹਨਾਂ ਨੂੰ ਓਰੀਜਨਲ ਜਿਹੜਾ ਬਰਾ ਵੈਕਟਰ ਹੈ Q1 ਪ੍ਰਾਈਮ ਤੋਂ ਲੈ ਕੇ Qn ਤੱਕ ਦਾ ਬਰਾ ਵੈਕਟਰ ਹੈ, ਇਸ ਦੇ ਨਾਲ ਅਗਰ ਅਸੀਂ ਇੱਕ ਫੇਸ ਫੈਕਟਰ ਦੀ ਮਲਟੀਪਲੀਕੇਸ਼ਨ ਕਰਕੇ ਇੱਕ ਨਵਾਂ ਸਟਾਰ ਵਾਲਾ ਦਾ ਬਰਾ ਵੈਕਟਰ ਹੈ ਉਹ ਸਕਦੇ ਹਾਂ। ਫਿਰ ਗਾਮਾ ਪ੍ਰਾਈਮ ਇਜ਼ ਇਕੁਅਲ ਟੂ ਗਾਮਾ ਆਫ ਕਿਊ ਪ੍ਰਾਈਮ ਇਜ਼ ਏ ਰੀਅਲ ਫੰਕਸ਼ਨ ਆਫ ਦਾ ਕਿਊ। ਇੱਥੇ ਜਿਹੜਾ ਗਾਮਾ ਫੰਕਸ਼ਨ ਹੈ ਇਹ ਪੋਜੀਸ਼ਨ ਕੋਆਰਡੀਨੇਟ ਨੇ ਜਿਹੜੇ ਕਿਊ ਪ੍ਰਾਈਮ ਇਹਨਾਂ ਦਾ ਇੱਕ ਰੀਅਲ ਫੰਕਸ਼ਨ ਹੈ। The new representative of a cat is raised to power iota gamma prime times the old one, ਤਾਂ ਇਹ ਪੁਰਾਣੇ ਫੰਕਸ਼ਨ ਪੁਰਾਣੇ ਕੈਟ ਵੈਕਟਰ ਦੇ ਨਾਲ ਇਸ ਨਵੇਂ ਟਰਮ ਹੈ ਜਿਹੜੀ e raised to power iota gamma prime ਦੇ ਨਾਲ ਮਲਟੀਪਲਾਈ ਹੋਏਗੀ, ਨਵੀਂ ਰਿਪਰੈਜ਼ੈਂਟੇਸ਼ਨ ਹੋਏਗੀ ਸ਼ੋਇੰਗ ਦੈਟ, ਜੋ ਇਹ ਸਾਬਿਤ ਕਰੇਗੀ ਕਿ ਕਿਸੇ ਫੰਕਸ਼ਨ ਸਾਈ ਕੈਟ ਦਾ ਜਿਹੜਾ ਫੇਸ ਫੈਕਟਰ ਨਾਲ ਮਲਟੀਪਲੀਕੇਸ਼ਨ ਹੈ e raised to power iota prime ਦੇ ਨਾਲ ਦਾ ਜਿਹੜਾ ਸਟਾਰ ਹੈ ਉਹ ਦੁਬਾਰਾ ਉਸੇ ਫੰਕਸ਼ਨ ਨੂੰ ਬਣਾ ਦੇਗਾ, so that we get cat star is equal to e raised to power minus iota gamma cat। ਦਾ ਸਟਾਰ ਹੈ ਇਸਦਾ ਮਤਲਬ ਇਹੀ ਹੈ ਕਿ ਇਸ ਦੇ ਨਾਲ ਇੱਕ ਫੈਕਟਰ ਮਲਟੀਪਲਾਈ ਹੋ ਜਾਂਦਾ ਜਦੋਂ ਉਸਦਾ ਸਟਾਰ ਕਰਦੇ ਹਾਂ। ਜਿਹੜਾ ਨਵੀਂ ਰਿਪਰੈਜ਼ੈਂਟੇਸ਼ਨ ਹੈ ਉਹ ਇੱਕ ਪੁਰਾਣੀ ਰਿਪਰੈਜ਼ੈਂਟੇਸ਼ਨ ਦੇ ਨਾਲ ਇਸ e raised to power iota gamma ਦੀ ਮਲਟੀਪਲੀਕੇਸ਼ਨ। As the connection between the new standard cut and the original one, ਇਹ ਜਿਹੜਾ ਓਰੀਜਨਲ ਕੱਟ ਵੈਕਟਰ ਹੈ ਉਸਦੇ ਨਾਲ ਜਿਹੜਾ ਨਵਾਂ ਅਸੀਂ ਸਟੈਂਡਰਡ ਕੱਟ ਬਣਾਇਆ ਉਸਦੇ ਵਿੱਚ ਇਹ ਰਿਲੇਸ਼ਨ ਦੇ ਤੌਰ ਤੇ ਇਸ ਤਰ੍ਹਾਂ ਨਾਲ ਅਸੀਂ ਲਿਖ ਸਕਦੇ ਹਾਂ।
The new linear operator delta by delta QR star satisfies corresponding to ਜਿਹੜਾ ਨਵਾਂ linear operator ਹੈ star derivative operator ਇਹ ਇਸ ਤਰ੍ਹਾਂ ਦੇ ਨਾਲ ਇਹ ਜੋ ਸੰਬੰਧਿਤ ਸੀਗਾ ਪਹਿਲਾਂ ਇਸਦਾ ਅਗਰ ਸਟਾਰ ਅਸੀਂ ਬਣਾਉਂਦੇ ਹਾਂ ਤਾਂ ਇਹ ਇੱਧਰ ਇਸਦਾ ਇਸ ਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਅਸੀਂ ਡੈਲਟਾ ਬਾਈ ਡੈਲਟਾ ਕਿਊ ਆਰ ਸਟਾਰ ਹੈ ਜੋ ਜਦੋਂ ਆਪਰੇਟ ਕਰਦਾ ਸਾਈ ਕੱਟ ਸਟਾਰ ਦੇ ਉੱਤੇ ਤਾਂ ਡੀ ਸਾਈ ਬਾਈ ਡੀ ਕਿਊ ਆਰ ਕੈਟ ਦੇ ਨਾਲ ਸਾਰੇ ਦੇ ਉੱਪਰ ਸਟਾਰ ਲਾ ਕੇ ਅਸੀਂ ਲਿਖ ਸਕਦੇ ਹਾਂ ਤਾਂ ਇਸ ਨੂੰ ਮਲਟੀਪਲਾਈ ਕਰਦਾ ਈ ਰੇਜ਼ ਟੂ ਪਾਵਰ ਮਾਈਨਸ ਏਓਟਾ ਗਾਮਾ ਦੇ ਨਾਲ with the help of star star cat star is equal to e raised to power minus iota gamma cat ਇਹਦੇ ਨਾਲ ਸਿਰਫ ਇਸ ਸਪੇਸ ਫੈਕਟਰ ਦੇ ਨਾਲ ਮਲਟੀਪਲਾਈ ਹੁੰਦਾ ਹੈ using delta by delta QR operating on psi cat is equal to delta psi by delta QR cat ਇਹ ਵਰਤਦੇ ਹੋਏ ਜੋ ਅਸੀਂ ਇਹ ਬੇਸਿਕ ਡੈਫੀਨੇਸ਼ਨ ਹੈ ਅਸੀਂ ਇਹ ਲਿਖ ਸਕਦੇ ਹਾਂ ਕਿ ਜਦੋਂ ਜਿਹੜਾ ਸਟਾਰ ਵਾਲਾ ਡੈਰੀਵੇਟਿਵ ਆਪਰੇਟਰ ਹੈ ਇਹ ਸਾਈ ਕੱਟ ਦੇ ਸਟਾਰ ਦੇ ਉੱਤੇ ਆਪਰੇਟ ਕਰਦਾ ਤਾਂ ਇਹ ਇਸ ਨੂੰ ਏਸ ਟੂ ਪਾਵਰ ਮਾਈਨਸ ਏਓਟਾ ਗਾਮਾ ਦੇ ਨਾਲ ਮਲਟੀਪਲਾਈ ਕਰ ਦਿੰਦਾ ਤੇ ਇੱਥੇ ਅਗਰ ਅਸੀਂ ਇਸ ਨੂੰ ਦੁਬਾਰਾ ਤੋਂ ਫੇਰ ਇੱਕ ਹੋਰ ਫੇਸ ਫੈਕਟਰ ਨਾਲ ਗੁਣਾ ਕਰਦੇ ਹਾਂ ਤਾਂ ਇਸ ਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਕਿ ਇੱਥੇ ਦੇਖੋ ਦੋਨਾਂ ਦੇ ਵਿੱਚ ਸਟਾਰ ਹੈ ਕੱਟ ਦੇ ਉੱਤੇ ਸਟਾਰ ਹੈ ਤੇ ਇੱਥੇ ਡੈਰੀਵੇਟਿਵ ਆਪਰੇਟਰ ਦੇ ਉੱਤੇ ਵੀ ਸਟਾਰ ਹੈ ਤੇ ਇੱਥੇ ਪਹਿਲਾਂ ਡੈਰੀਵੇਟਿਵ ਆਪਰੇਟਰ ਦੇ ਉੱਤੇ ਸਟਾਰ ਹਟਾਉਣ ਲਈ ਅਸੀਂ ਇਸ ਨੂੰ ਮਲਟੀਪਲਾਈ ਕਰ ਦਿੰਦੇ ਹਾਂ ਤੇ ਬਾਅਦ ਵਿੱਚੋਂ ਇਸ ਨੂੰ ਅਸੀਂ ਫਿਰ ਸਾਈ ਕੱਟ ਨੂੰ ਅਗਰ ਸਾਈ ਕੱਟ ਸਟਾਰ ਲਿਖਣਾ ਹੋਵੇ ਤਾਂ ਇਸ ਨੂੰ ਫਿਰ ਅਸੀਂ ਇਸ ਦੇ ਨਾਲ ਮਲਟੀਪਲਾਈ ਕਰਦੇ ਹਾਂ ਜਿਹੜਾ ਫੇਸ ਫੈਕਟਰ ਹੈ ਈ ਰੇਜ਼ ਟੂ ਪਾਵਰ ਪਲੱਸ ਆਇਓਟਾ ਗਾਮਾ ਦੇ showing that delta by delta QR star is equal to ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਇਹ ਡੈਲਟਾ ਬਾਈ ਡੈਲਟਾ ਕਿਊ ਆਰ ਡੈਰੀਵੇਟਿਵ ਆਪਰੇਟਰ ਦਾ ਸਟਾਰ ਹੈ ਜੋ ਇਹ ਇਸ ਦੇ ਬਰਾਬਰ ਹੈ ਤੇ ਦੋ ਦੋ ਵਾਰ ਇਸ ਨੂੰ ਕੀਤਾ ਗਿਆ ਪਹਿਲਾਂ ਈ ਰੇਜ਼ ਪਾਵਰ ਮਾਈਨਸ ਆਇਓਟਾ ਗਾਮਾ ਦੇ ਨਾਲ ਫਿਰ ਬਾਅਦ ਵਿੱਚੋਂ ਰੇਜ਼ ਪਾਵਰ ਮਾਈਨਸ ਈ ਰੇਜ਼ ਪਾਵਰ ਪਲੱਸ ਆਇਓਟਾ ਗਾਮਾ ਦੇ ਨਾਲ ਜਾਂ ਫਿਰ ਵਿਦ ਦੀ ਹੈਲਪ ਆਫ ਜਾਂ ਫਿਰ ਇਸ ਦੇ ਹੈਲਪ ਦੇ ਨਾਲ ਅਸੀਂ ਸਕਦੇ ਹਾਂ ਇਹ ਕਮਿਊਟੇਸ਼ਨ ਰਿਲੇਸ਼ਨ ਹੈ ਡੈਲਟਾ ਬਾਈ ਡੈਲਟਾ ਕਿਊ ਆਰ ਤੇ ਐਫ ਦਰਮਿਆਨ ਪਹਿਲਾਂ ਪੜਿਆ ਇਸ ਦਾ ਜਿਹੜਾ ਸਟਾਰ ਲਿਖਣ ਦੇ ਲਈ ਅਸੀਂ ਇਸ ਦੇ ਵਿੱਚ ਅਸੀਂ ਪਲੱਸ ਆਇਓਟਾ ਡੈਲਟਾ ਗਾਮਾ ਬਾਈ ਡੈਲਟਾ ਆਰ ਦੇ ਨਾਲ ਪਲੱਸ ਕਰਕੇ ਲਿਖ ਸਕਦੇ ਹਾਂ by choosing gamma so that f plus f is equal to h bar gamma plus a constant ਇਸ ਦੇ ਵਿੱਚ ਅਸੀਂ ਇਹ ਗਾਮਾ ਨੂੰ ਇਸ ਜਿਹੜਾ ਇਹ ਫੰਕਸ਼ਨ ਸੀਗਾ ਸਾਡਾ ਅਸੀਂ ਉਹ ਪਹਿਲਾਂ f ਵਾਲਾ ਆਏ ਇੱਥੇ ਅਸੀਂ ਇਹਦੇ ਵਿੱਚ ਗਾਮਾ ਇਸ ਤਰ੍ਹਾਂ ਦਾ ਚੂਜ਼ ਕਰ ਸਕਦੇ ਹਾਂ ਕਿ ਇਹ ਇੱਕ ਫੰਕਸ਼ਨ ਦੇ ਬਰਾਬਰ ਹੋਵੇ ਜੋ ਗਾਮਾ ਦੇ ਨਾਲ h ਨਾਲ ਮਲਟੀਪਲਾਈ ਕਰਕੇ ਕੋਈ ਕਾਂਸਟੈਂਟ ਜੋੜ ਕੇ ਤੇ ਇੱਕ ਫੰਕਸ਼ਨ ਜਿਹੜਾ f ਹੈ ਉਹ ਇਸ ਤਰ੍ਹਾਂ ਨਾਲ ਬਣ ਸਕੇ ਇਹ ਇਦਾਂ ਵੀ ਲਿਖ ਸਕਦੇ ਹਾਂ ਜਿਹੜਾ ਇਹ ਫੰਕਸ਼ਨ ਹੈ ਇਸ ਤਰ੍ਹਾਂ ਫਿਰ ਇਹ ਇਦਾਂ ਬਣ ਜਾਂਦਾ ਹੈ ਕਿ PR is equal to minus iota h bar ਤੇ ਡੈਲਟਾ ਬਾਈ ਡੈਲਟਾ ਕਿਊ ਆਰ ਸਟਾਰ ਇਸ ਨੂੰ ਡੈਲਟਾ ਬਾਈ ਡੈਲਟਾ ਕਿਊ ਆਰ ਦੇ
ਸਟਾਰ ਦੇ ਦਾ ਇਹ ਕੰਡੀਸ਼ਨ ਸੀ ਕਿ ਅਸੀਂ ਇਹ ਤਾਂ ਹੋਲਡ ਕਰੇਗੀ ਇਕੁਏਸ਼ਨ, ਤਾਂ ਇੱਥੇ ਸਾਨੂੰ ਦਾ ਹੱਲ ਮਿਲ ਜਾਂਦਾ ਹੈ ਕਿ ਇੱਥੇ ਜਿਹੜਾ ਪੀ ਆਰ ਹੈ ਉਹ ਮਾਈਨਸ ਏਓਟਾ ਐਚ ਬਾਰ ਤੇ ਡੈਲਟਾ ਬਾਈ ਡੈਲਟਾ ਕਿਊ ਆਰ ਸਟਾਰ ਦੇ ਬਰਾਬਰ ਹੋਵੇ। ਜਿਹੜੀ ਇਕੁਏਸ਼ਨ F is equal to H gamma plus a constant ਹੈ ਇਹ fixes gamma except for an arbitrary constant, so the representation is fixed except for an arbitrary constant phase factor। ਤਾਂ ਇਹ ਜਿਹੜਾ ਗਾਮਾ ਫੰਕਸ਼ਨ ਹੈ ਇਸ ਨੂੰ ਫਿਕਸ ਕਰ ਦਿੰਦੀ ਹੈ, ਇੱਕ ਮਨ ਚਾਹੇ ਕਾਂਸਟੈਂਟ ਦੇ ਨਾਲ ਇਸ ਨੂੰ ਜੋੜਨਾ ਪੈਂਦਾ, ਉਹਦਾ ਰਿਪਰੈਜ਼ੈਂਟੇਸ਼ਨ ਇਜ਼ ਫਿਕਸਡ। ਇਸ ਤਰ੍ਹਾਂ ਨਾਲ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਇਹ ਇੱਕ ਹੱਲ ਹੋ ਜਾਂਦੀ ਹੈ ਫੋਰ ਐਨ ਆਰਬਿਟਰੀ ਕਾਂਸਟੈਂਟ ਫੇਜ਼ ਫੈਕਟਰ, ਇੱਕ ਮਨ ਚਾਹੇ ਸਥਿਰਾਂਕ ਫੇਜ਼ ਫੈਕਟਰ ਦੇ ਤੋਂ ਇਲਾਵਾ ਇਹ ਬਾਕੀ ਹੱਲ ਹੋ ਜਾਂਦੀ ਕਿ ਇੱਥੇ ਸਾਨੂੰ ਇੱਕ ਕਾਂਸਟੈਂਟ ਨਾਲ ਦੇਣਾ ਪੈਂਦਾ। In this way, we see that a representation can be set up in which the cows are diagonal and equations PR is equal to minus iota h bar delta by delta cow are hold। ਤਾਂ ਇਸ ਤਰ੍ਹਾਂ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਇਹ ਇਸ ਤਰ੍ਹਾਂ ਨਾਲ ਬਣਾਈ ਜਾ ਸਕਦੀ ਜਿਸ ਦੇ ਵਿੱਚ ਜਿਹੜੇ ਕਿਊ ਕੋਆਰਡੀਨੇਟ ਨੇ ਕੋਆਰਡੀਨੇਟ ਨੇ ਇਹ ਡਾਇਗਨਲ ਹੋਣ ਤੇ ਜਿਹੜੀ ਇਕੁਏਸ਼ਨਾਂ ਨੇ मोमेंटम दिया, मोमेंटम पी आर इज इक्वल टू माइनस ਓਟਾ एच बार डेल्टा बाय डेल्टा क्यू आर तरह नाल ये लागू होने जो। This representation is a very useful one for many problems। ਤਾਂ ਇਹ ਜਿਹੜੀ representation है बहुत सारिया समस्यावां ਦੇ ਲਈ बहुत मददगार रहती है। It will be called Schrodinger's representation। ਇਸ ਨੂੰ Schrodinger's representation ਕਿਹਾ ਜਾਂਦਾ, as it was a representation in terms of which Schrodinger gave his original formulation of quantum mechanics 1926। इस प्रस्तुति ਨੂੰ श्रोडिंगर ਦੀ ਪ੍ਰਸਤੁਤੀ ਕਿਹਾ ਜਾਏਗਾ ਕਿਉਂਕਿ ਇਹ ਜਿਹੜੀ ਪ੍ਰਸਤੁਤੀ ਹੈ ਇਹ ਉਹ ਪ੍ਰਸਤੁਤੀ ਹੈ ਜੋ ਸ਼੍ਰੋਡਿੰਜਰ ਨੇ 1926 ਦੇ ਵਿੱਚ ਕੁਆਂਟਮ ਮਕੈਨਿਕਸ ਦੀ ਜਿਹੜੀ ਓਰੀਜਨਲ ਫਾਰਮੂਲਾ ਵਿਉਂਤਬੰਦੀ ਹੈ ਤੇ ਲਈ ਸ਼੍ਰੋਡਿੰਜਰ ਨੇ ਸਾਨੂੰ ਇਹ ਦਿੱਤੀ ਸੀਗੀ ਓਰੀਜਨਲ ਤੌਰ ਤੇ। Schrodinger's representation exists whenever one has canonical cows and p and is completely determined by the cows and p except for an arbitrary constant phase factor। ਤਾਂ ਸ਼੍ਰੋਡਿੰਜਰ ਦੀ ਜਿਹੜੀ ਪ੍ਰਸਤੁਤੀ ਹੈ ਇਹ ਹੋਂਦ ਰੱਖਦੀ ਹੈ ਜਦੋਂ ਸਾਡੇ ਕੋਲ ਕੈਨੋਨੀਕਲ ਪੋਜੀਸ਼ਨ ਤੇ ਮੋਮੈਂਟਮ ਹੁੰਦੇ ਨੇ, ਮੋਮੈਂਟਮ ਆਫ ਕੋਆਰਡੀਨੇਟ ਹੁੰਦੇ ਨੇ ਐਂਡ is completely determined by these cows and p। ਤਾਂ ਇਹਨਾਂ ਪੋਜੀਸ਼ਨ ਤੇ ਮੋਮੈਂਟਮ ਦੇ ਕੋਆਰਡੀਨੇਟਾਂ ਤੋਂ ਇਹ ਪੂਰੀ ਤਰ੍ਹਾਂ ਨਾਲ ਨਿਰਧਾਰਤ ਹੋ ਜਾਂਦੀ ਹੈ ਜਿਹੜੀ ਪ੍ਰੈਜੈਂਟੇਸ਼ਨ ਹੈ। ਸਿਰਫ ਇੱਕ ਮਨ ਚਾਹੇ ਸਥਿਰਾਂਕ कांस्टेंट फेज फैक्टर ਦੇ ਇਲਾਵਾ ਇਹ ਸਾਰੀ ਨਿਰਧਾਰਿਤ ਹੋ ਜਾਂਦੀ। It owes its great convenience to its allowing one to express immediately any algebraic function on the cows and the p's of the form of a power series in the p's as an operator of differentiation। For example, if f of q1, q2, q3, qn given n is such a function, we have ਤਾਂ ਇਸ ਦੀ ਜਿਹੜੀ ਆਸਾਨੀ ਹੈ ਉਹ ਸਾਨੂੰ ਕਿਊ ਤੇ ਪੀ ਦੇ ਕਿਸੇ ਵੀ ਅਲਜਬਰਿਕ ਫੰਕਸ਼ਨ ਦੇ ਤੌਰ ਤੇ ਇਹਨਾਂ ਨੂੰ ਦਰਸਾਉਣ ਦੇ ਦੀ ਸਾਨੂੰ ਆਗਿਆ ਦਿੰਦੀ ਹੈ of the form of a power series of the p's
as an operator of differentiation। ਤਾਂ ਇਹ ਡਿਫਰੈਂਸ਼ੀਏਸ਼ਨ ਦੇ ਇੱਕ ਆਪਰੇਟਰ ਦੇ ਤੌਰ ਤੇ ਮੋਮੈਂਟਾ ਹੈ ਪੀ, ਇਸ ਨੂੰ ਇਹ ਇੱਕ ਡਿਫਰੈਂਸ਼ੀਏਸ਼ਨ ਦੇ ਆਪਰੇਟਰ ਦੇ ਤੌਰ ਤੇ ਦਰਸਾਉਣ ਦੀ ਆਗਿਆ ਦਿੰਦੀ ਹੈ ਪਾਵਰ ਸੀਰੀਜ਼ ਦੇ ਵਿੱਚ। ਤੇ ਪੋਜੀਸ਼ਨ ਕੋਆਰਡੀਨੇਟ ਨੇ ਉਹਨਾਂ ਦੇ ਇੱਕ ਅਲਜਬਰਿਕ ਫੰਕਸ਼ਨ ਦੇ ਤੌਰ ਤੇ ਦਰਸਾਉਣ ਦੀ ਆਗਿਆ ਦਿੰਦੀ ਹੈ। ਉਦਾਹਰਨ ਦੇ ਤੌਰ ਤੇ ਜੇਕਰ ਕੋਈ ਫੰਕਸ਼ਨ ਪੋਜੀਸ਼ਨ ਤੇ ਮੋਮੈਂਟਾਂ ਦਾ ਕੋਈ ਫੰਕਸ਼ਨ ਐਫ ਆ ਜਿਹੜਾ ਅਜਿਹਾ ਫੰਕਸ਼ਨ ਹੋਵੇ ਤਾਂ ਸਾਡੇ ਕੋਲੇ ਹੁੰਦਾ ਕਿ ਐਫ ਆਫ Q1 to Qn P1 to Pn is equal to f of Q1 to Qn minus iota h bar delta by delta Q1। यानी कि ਇੱਥੇ ਸਾਨੂੰ P ਦੀ ਜਗ੍ਹਾ ਇਹ ਜਿਹੜਾ ਡੈਰੀਵੇਟਿਵ ਦੇ ਨਾਲ iota h bar ਦੀ ਮਲਟੀਪਲੀਕੇਸ਼ਨ ਵਾਲਾ ਫੰਕਸ਼ਨ ਹੈ ਜਿਹੜਾ ਇਹ ਆਪਰੇਟਰ ਹੈ, ਇਸ ਨੂੰ ਇਸ ਤਰ੍ਹਾਂ ਦੇ ਫੰਕਸ਼ਨ ਦੇ ਤੌਰ ਤੇ ਅਸੀਂ ਇਹਨਾਂ ਨੂੰ ਪਾਵਰ ਸੀਰੀਜ਼ ਦੇ ਤੌਰ ਤੇ ਲਿਖ ਸਕਦੇ ਹਾਂ। Provided we preserve the order of the factors in a product on substituting the minus iota h bar delta by delta q's for the p's। ਤਾਂ ਸਿਰਫ ਸਾਨੂੰ ਇਹਨਾਂ ਦਾ ਜਿਹੜਾ ਕ੍ਰਮ ਹੈ ਫੈਕਟਰਸ ਦਾ ਜਿਹੜਾ ਇਹਦੇ ਹਿੱਸੇ ਨੇ ਉਹਨਾਂ ਨੂੰ ਇੱਕ ਗੁਣਾ ਜਦੋਂ ਕਰਨੀ ਹੈ ਤਾਂ ਦੇ ਵਿੱਚ ਜਿਹੜਾ ਆਰਡਰ ਹੈ ਉਹ ਕ੍ਰਮ ਹੈ ਜਿਹੜਾ ਉਸ ਨੂੰ ਸੁਰੱਖਿਅਤ ਰੱਖਣਾ ਪੈਂਦਾ। From delta by delta QR cat is equal to 0 and PR is equal to minus iota h bar delta by delta QR। ਇਹਨਾਂ ਦੋ ਇਕੁਏਸ਼ਨਾਂ ਤੋਂ ਅਸੀਂ ਇਹ ਲਿਖ ਸਕਦੇ ਹਾਂ ਕਿ PR cat is equal to thus the standard cat in Schrodinger's presentation characterized by the condition that it is a simultaneous eigencut of all the momenta belonging to the eigenvalue 0। ਇਸ ਤਰ੍ਹਾਂ ਨਾਲ ਜਿਹੜਾ ਸ਼੍ਰੋਡਿੰਜਰ ਦੇ ਵਿੱਚ ਜਿਹੜਾ ਸਟੈਂਡਰਡ ਕੈਟ ਹੈ ਉਹ ਕਰੈਕਟਰਾਈਜ਼ਡ ਹੋ ਜਾਂਦਾ ਹੈ ਇਸ ਸ਼ਰਤ ਦੇ ਨਾਲ ਕਿ ਇਹ ਆਈਗਨ ਵੈਲਿਊ ਜਿਹੜੀਆਂ 0 ਨੇ ਉਹਨਾਂ ਦੇ ਪ੍ਰਤੀ ਜਿਹੜੇ ਸਾਰੇ ਮੋਮੈਂਟਾਂ ਨੇ ਉਹਨਾਂ ਦੇ ਇਕੱਠੇ ਆਈਗਨ ਕੱਟ ਦੇ ਤੌਰ ਤੇ ਇੱਕ ਇਕੱਠਾ ਆਈਗਨ ਕੱਟ ਹੋਵੇ ਮੋਮੈਂਟਾਂ ਦਾ, ਇਹ ਮੋਮੈਂਟਾਂ ਦਾ ਜਿਹੜਾ ਦੀ ਆਈਗਨ ਵੈਲਿਊ 0 ਰਹਿੰਦੀ ਹੈ। यानी कि ਜਿਹੜਾ ਇਹ ਕੱਟ ਹੈ ਇਹ ਇੱਕ ਐਸਾ ਆਈਗਨ ਕੱਟ ਹੈ ਜਿਨ੍ਹਾਂ ਦੇ ਮੋਮੈਂਟਾ ਜਿਨ੍ਹਾਂ ਦਾ 0 ਹੈ। Some properties of the basic vectors of Schrodinger's representation may also be noted। Schrodinger's equation ਦੇ ਬੇਸਿਕ ਵੈਕਟਰਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਉਹਨਾਂ ਨੂੰ ਵੀ ਨੋਟ ਕਰ ਸਕਦੇ ਹਾਂ। Equation delta by delta QR operating on psi cat is equal to d psi by d QR cat gives। ਤਾਂ ਜਿਹੜੀ ਇਕੁਏਸ਼ਨ ਹੈ ਇਹ ਸਾਨੂੰ ਇਹ ਦਿੰਦੀ ਹੈ ਕਿ ਜਦੋਂ Q1 ਤੋਂ ਲੈ ਕੇ Q1 ਪ੍ਰਾਈਮ ਤੋਂ ਲੈ ਕੇ Qn ਤੱਕ ਦੇ ਜਿਹੜੇ ਬਰਾਬਰਟਾਂ ਨੇ ਇਹਨਾਂ ਦਾ ਜਿਹੜਾ ਇਨਰ ਪ੍ਰੋਡਕਟ ਹੈ ਇਹਨਾਂ ਦੇ ਨਾਲ ਦਿਆ ਜਾਂਦਾ ਹੈ Q1 ਇਨਰ ਪ੍ਰੋਡਕਟ ਨੂੰ ਅਸੀਂ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਕਿ ਇੱਥੇ ਸਾਈ ਕੈਟ ਹੈ ਜਿਹੜਾ ਇਹ ਡੈਰੀਵੇਟਿਵ ਆਪਰੇਟਰ ਦੇ ਨਾਲ ਇੱਥੇ ਸਾਈ ਦੀ ਡਿਫਰੈਂਸ਼ੀਏਸ਼ਨ ਕਰਕੇ ਜੋ ਕੱਟ ਬਣਦਾ ਉਸ ਦੇ ਨਾਲ ਇਨਰ ਪ੍ਰੋਡਕਟ ਲੈਂਦੇ ਆ ਤਾਂ ਇਸ ਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਡੈਲਟਾ ਸਾਈ ਬਾਈ Q ਪ੍ਰਾਈਮ 1 ਤੋਂ ਲੈ ਕੇ Q ਪ੍ਰਾਈਮ n ਤੱਕ ਦਾ ਜਿਹੜਾ ਸਾਈ ਹੈ ਦਾ ਜਿਹੜਾ ਡੈਰੀਵੇਟਿਵ ਹੈ ਉਹ ਇੱਥੇ ਲਿਆ ਜਾਂਦਾ ਵਿਦ ਰਿਸਪੈਕਟ ਟੂ Q ਪ੍ਰਾਈਮ r
यानी कि ਜਿਹੜਾ ਪੋਜੀਸ਼ਨ ਵੈਕਟਰ ਕਿਊ ਹੈ ਇਸ ਦਾ ਜਦੋਂ ਇਨਰ ਪ੍ਰੋਡਕਟ ਲਿਆ ਜਾਂਦਾ ਹੈ ਇਸ ਫੰਕਸ਼ਨ ਦੇ ਨਾਲ ਜਿਹੜਾ ਸਾਈ ਫੰਕਸ਼ਨ ਹੈ ਤਾਂ ਡੈਰੀਵੇਟਿਵ ਦੇ ਨਾਲ ਜੋ ਇਨਰ ਪ੍ਰੋਡਕਟ ਲਿਆ ਜਾਂਦਾ ਹੈ ਤਾਂ ਉਹ ਇਹ ਬਣ ਜਾਂਦਾ ਹੈ ਜੋ ਪੋਜੀਸ਼ਨ ਆਪਰੇਟਰ ਦਾ ਜਿਹੜਾ ਪੋਜੀਸ਼ਨ ਬਰਾ ਵੈਕਟਰ ਦੇ ਨਾਲ ਜਿਹੜਾ ਸਾਈ ਕੱਟ ਹੈ ਉਸਦਾ ਪੋਜੀਸ਼ਨ ਬਰਾ ਵੈਕਟਰ ਨੇ ਜੋ ਉਸਦੇ ਉਹਨਾਂ ਦੇ ਨਾਲ ਜੋ ਇਨਰ ਪ੍ਰੋਡਕਟ ਹੈ ਉਹਨਾਂ ਦੇ ਡੈਰੀਵੇਟਿਵ ਦੇ ਬਰਾਬਰ ਬਣ ਜਾਂਦਾ ਇਨਰ ਪ੍ਰੋਡਕਟ ਦਾ ਜੋ ਡੈਰੀਵੇਟਿਵ ਹੈ ਉਹ ਇਹ ਬਣ ਜਾਂਦਾ ਇਸ ਤਰ੍ਹਾਂ ਨਾਲ Q1 to Qn ਦਾ ਜਿਹੜਾ ਬਰਾ ਵੈਕਟਰ ਹੈ ਇਹ ਜਦੋਂ ਜਿਹੜਾ ਬਰਾ ਵੈਕਟਰ Q1 to Q1 ਪ੍ਰਾਈਮ to Qn ਪ੍ਰਾਈਮ ਤੱਕ ਦਾ ਜੋ ਬਰਾ ਵੈਕਟਰ ਹੈ ਜੋ ਪੋਜੀਸ਼ਨ ਵੈਕਟਰ ਹੈ ਇਸ ਦੇ ਉੱਤੇ ਜੋ ਡੈਰੀਵੇਟਿਵ ਆਪਰੇਟਰ ਲੈਫਟ ਸਾਈਡ ਨੂੰ ਆਪਰੇਟ ਕਰਦਾ ਤਾਂ ਉਹ ਇਸ ਬਰਾ ਵੈਕਟਰ ਦੇ ਉੱਤੇ ਡੈਰੀਵੇਟਿਵ ਇਸ ਜਿਹੜਾ ਪੋਜੀਸ਼ਨ ਵੈਕਟਰ ਹੈ ਬਰਾ ਵੈਕਟਰ ਦੇ ਉੱਤੇ ਦਾ ਡੈਰੀਵੇਟਿਵ ਬਣ ਜਾਂਦਾ ਹੈ ਸੋ ਦੈਟ ਜਦੋਂ ਮੋਮੈਂਟਾ ਆਪਰੇਟਰ ਦੇ ਲੈਫਟ ਸਾਈਡ ਨੂੰ ਆਪਰੇਟ ਕਰਦਾ ਤਾਂ ਉਹ ਮਾਈਨਸ ਆਇਓਟਾ ਐਚ ਬਾਰ ਨਾਲ ਮਲਟੀਪਲਾਈ ਕਰਕੇ ਉਹਨਾਂ ਦਾ ਜਿਹੜਾ ਡੈਰੀਵੇਟਿਵ ਹੈ ਦੇ ਉੱਤੇ ਮਾਈਨਸ ਆਇਓਟਾ ਐਚ ਬਾਰ ਦੇ ਨਾਲ ਇਹ ਡੈਰੀਵੇਟਿਵ ਦੀ ਮਲਟੀਪਲੀਕੇਸ਼ਨ ਪਰ ਫਿਰ ਪੜ੍ਹਦਾ ਮੈਂ ਇਸ ਨੂੰ ਕਿ ਜਦੋਂ ਇੱਕ ਡੈਰੀਵੇਟਿਵ ਪੋਜੀਸ਼ਨ ਆਪਰੇਟਰ ਪੋਜੀਸ਼ਨ ਕੋਆਰਡੀਨੇਟਾਂ ਦੇ ਉੱਤੇ ਤੇ ਬਰਾ ਵੈਕਟਰ ਦੇ ਬਰਾ ਵੈਕਟਰਾਂ ਦੇ ਉੱਤੇ ਆਪਰੇਟ ਕਰਦਾ ਤਾਂ ਉਹ ਉਹਨਾਂ ਦੀ ਪੋਜੀਸ਼ਨ ਵੈਕਟਰਾਂ ਦਾ ਡੈਰੀਵੇਟਿਵ ਕਰਦਾ ਤੇ ਜਦੋਂ ਪੋਜੀਸ਼ਨ ਆਪਰੇਟਰ ਤਾਂ ਜਿਹੜੀਆਂ ਪੋਜੀਸ਼ਨਾਂ ਨੇ ਉਹਨਾਂ ਦੇ ਉੱਤੇ ਮੋਮੈਂਟਮ ਪੀ ਆਰ ਆਪਰੇਟਰ ਜਦੋਂ ਆਪਰੇਟ ਕਰਦਾ ਤਾਂ ਉਹ ਉਹਨਾਂ ਦਾ ਡੈਰੀਵੇਟਿਵ ਕਰਕੇ ਉਹਨਾਂ ਨੂੰ ਮਾਈਨਸ ਆਇਓਟਾ ਐਚ ਬਾਰ ਨਾਲ ਮਲਟੀਪਲਾਈ ਕਰਦਾ ਸਿਮਿਲਰਲੀ ਇਸੇ ਤਰ੍ਹਾਂ ਨਾਲ ਜਿਹੜੀ ਇਕੁਏਸ਼ਨ ਹੈ ਤੇ ਫਾਈ ਬਰਾ ਤੇ ਉੱਤੇ ਜਦੋਂ ਡੈਰੀਵੇਟਿਵ ਆਪਰੇਟਰ ਡੈਲਟਾ ਬਾਈ ਡੈਲਟਾ ਕਿਊ ਆਰ ਆਪਰੇਟ ਕਰਦਾ ਤਾਂ ਉਹ ਉਸਨੂੰ ਮਾਈਨਸ ਬਣਾ ਦਿੰਦਾ ਜਦੋਂ ਤੇ ਪਾਈ ਦਾ ਡੈਰੀਵੇਟਿਵ ਲਿਆ ਜਾਂਦਾ ਤਾਂ ਇਹ ਸਾਨੂੰ ਇਟ ਲੀਡਸ ਟੂ ਇਸ ਦੇ ਨਾਲ ਜਦੋਂ ਮੋਮੈਂਟਾ ਜਿਹੜਾ ਪੀ ਆਰ ਹੈ ਇਹ ਜਦੋਂ ਰਾਈਟ ਸਾਈਡ ਨੂੰ ਆਪਰੇਟ ਕਰਦਾ ਪੋਜੀਸ਼ਨ ਕੋਆਰਡੀਨੇਟਾਂ ਦੇ ਉੱਤੇ ਤਾਂ ਕੱਟ ਦੇ ਉੱਤੇ ਤਾਂ ਇਹ ਇਸ ਨੂੰ ਆਇਓਟਾ ਐਚ ਬਾਰ ਦੇ ਨਾਲ ਮਲਟੀਪਲਾਈ ਕਰਕੇ ਉਹਨਾਂ ਦਾ ਡੈਰੀਵੇਟਿਵ ਕਰਦਾ ਇਸ ਦੇ ਨਾਲ ਹੀ ਇਹ ਚੈਪਟਰ ਖਤਮ ਹੁੰਦਾ ਤੇ ਅਗਲੇ ਭਾਗ ਦੇ ਵਿੱਚ ਮਿਲਾਂਗੇ ਕੁਆਂਟਮ ਸ਼ਰਤਾਂ ਦੇ 23ਵੇਂ ਚੈਪਟਰ ਤੇ ਮੋਮੈਂਟਮ ਪ੍ਰੈਜੈਂਟੇਸ਼ਨ ਵੀਡੀਓ ਦੇਖਣ ਲਈ ਧੰਨਵਾਦ